ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਾਏ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬ ਜਲ ਪੀਵੈ ਕਬੈ ਨ ਪੀਵੈ, ਥੀਵੈ ਨਿਰਾਹਾਰ ਥਿਤ ਹੋਏ। ਆਤਪ ਬਰਖਾ ਸੀਤ ਸਹਾਰੈ, ਰਹਿ ਅਡੋਲ ਅਬੋਲ ਅਬੋਲਖ ਲੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਬੜ ਭਾਗੇ ਹੋ, ਜੋ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਸੁਭਾਇਮਾਨ ਹੋ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਵਤਾਰ ਦੀ ਕਥਾ ਆਰੰਭ ਹੋ ਰਹੀ ਹੈ, ਜੋ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤਾ ਹੈ। ਵੀ ਸਤਿਗੁਰੂ ਜੀ ਦਾ ਮਹਾਨ ਕਠਿਨ ਤਪ ਹੇਮਕੁੰਟ ਪਰਬਤ ਹੈ, ਜਹਾਂ ਸਪਤ ਸਰਿੰਗ ਸੋਭਤ ਹੈ, ਤਹਾਂ ਤਹਿ ਹਵਦਕ ਤਪੱਸਿਆ ਸਾਧੀ। ਮਹਾਕਾਲ ਕਾਲ ਕਾ ਅਰਾਧੀ, ਇਹ ਬਿਦ ਕਰਤ ਤਪੱਸਿਆ ਭਇਓ, ਦ્વੈਤੇ ਏਕ ਰੂਪ ਹੋਇ ਗਇਓ। ਉਸ ਤਪ ਦਾ ਇਤਨਾ ਪ੍ਰਭਾਵ ਪਿਆ ਵੀ ਦੇਵ ਲੋਕ ਤੱਕ ਮਹਾਰਾਜ ਦੇ ਤੇਜ ਪ੍ਰਕਾਸ਼ ਕਰਕੇ ਦੇਵਤਿਆਂ ਵਿੱਚ ਵੀ ਹਾਹਾਕਾਰ ਮਚ ਗਈ। ਔਰ ਸਾਰੇ ਦੇਵਤੇ ਬ੍ਰਹਮਾ ਜੀ ਕੋਲ ਗਏ, ਬੇਨਤੀ ਕੀਤੀ, ਮਹਾਰਾਜ ਕੋਈ ਮਹਾਨ ਤਪਸਵੀ ਇਤਨਾ ਤਪ ਕਰ ਰਿਹਾ ਮਾਤ ਲੋਕ ਵਿੱਚ ਹੇਮਕੁੰਟ ਸਾਹਿਬ ਦੇ ਪਰਬਤ ਉੱਤੇ, ਜਿਸ ਦੇ ਤਪ ਦਾ ਤੇਜ ਸਹਾਰਿਆ ਨਹੀਂ ਜਾਂਦਾ। ਤਾਂ ਬ੍ਰਹਮਾ ਜੀ ਨੇ ਆਖਿਆ, ਤੁਸੀਂ ਘਬਰਾਓ ਨਾ, ਉਹ ਤੁਹਾਡੀ ਰੱਖਿਆ ਵਾਸਤੇ ਤਪ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਸੰਤਾਂ ਭਗਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੇਵੀ ਸ਼ਕਤੀਆਂ ਦਾ ਆ ਕੇ ਸੰਸਾਰ ਵਿੱਚ ਭਲਾ ਕਰਨਾ ਹੈ ਤੇ ਰਾਖਸ਼ਾਂ ਦੁਸ਼ਟਾਂ ਪਾਪੀਆਂ ਜ਼ਾਲਮਾਂ ਦਾ ਨਾਸ ਕਰਨਾ ਹੈ। ਔਰ ਇਹਨਾਂ ਨੇ ਸਤਯੁਗ ਦੇ ਵਿੱਚ ਵੀ ਦੇਵੀ ਨੇ ਜਦੋਂ ਜੰਗ ਦੇ ਵਿੱਚ ਰਕਤ ਬੀਜ ਨੂੰ ਮਾਰਿਆ ਸੀ ਤੇ ਰਕਤ ਬੀਜ ਦੈਂਤ ਦੇ ਖੂਨ ਦੇ ਤੁਪਕਿਆਂ ਨਾਲ ਲੱਖਾਂ ਹੀ ਫੌਜਾਂ ਬਣ ਗਈਆਂ, ਕਰੋੜਾਂ ਹੀ 9 ਦੇ ਉੱਤੇ 16 ਜ਼ੀਰੋ ਲਾ ਦਈਏ, ਇੰਨੀ ਗਿਣਤੀ ਜਿਹੜੀ ਹੈ 45 ਪਦਮ ਅਸੁਰ ਫੌਜ ਸਜ ਗਈ ਸੀ। ਉਸ ਜੰਗ ਦੇ ਵਿੱਚ ਮਹਾਰਾਜ ਦੁਸ਼ਟਦਮਨ ਜੀ ਨੇ ਉਹਨਾਂ ਨੂੰ ਸੋਧਾ ਲਾਇਆ ਸੀ। ਉਹ ਸਾਰੀ ਕਥਾ ਸੁਣਾ ਕੇ ਕਹਿਣ ਲੱਗੇ, ਉਹੀ ਮਹਾਂਪੁਰਸ਼ ਤਪ ਕਰ ਰਹੇ ਨੇ, ਸਮਾਂ ਆ ਗਿਆ, ਉਹਨਾਂ ਦਾ ਤਪ ਹੁਣ ਪੂਰਾ ਹੋ ਗਿਆ ਹੈ ਤੇ ਉਹ ਮਾਤ ਲੋਕ ਵਿੱਚ ਅਵਤਾਰ ਧਾਰਨਗੇ। ਉਹ ਕਥਾ ਸਾਧ ਸੰਗਤ ਜੀ ਆਪ ਜੀ ਪ੍ਰੇਮ ਨਾਲ ਸਰਵਣ ਕਰੋ। ਸਤਿਗੁਰੂ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬ ਜਲ ਪੀਵੈ ਕਬੈ ਨ ਪੀਵੈ। ਕਹਿੰਦੇ ਦੁਸ਼ਟ ਦਮਨ ਜੀ ਕਦੀ ਜਲ ਛਕ ਲੈਂਦੇ ਹਨ, ਕਦੀ ਨਹੀਂ ਛਕਦੇ। ਜੀਵੈ ਨਿਰਾਹਾਰ ਤਿਤ ਹੋਏ। ਔਰ ਬਿਨਾਂ ਭੋਜਨ ਦੇ ਇੱਕ ਆਸਣ ਤੇ ਬੈਠੇ ਤਪ ਕਰ ਰਹੇ ਹਨ, ਕਦੀ ਇੱਕ ਪੈਰ ਤੇ ਖੜ ਕੇ ਤਪ ਕਰਦੇ ਹਨ। ਆਤਪ ਬਰਖਾ ਸੀਤ ਸਹਾਰੈ। ਧੁੱਪ ਗਰਮੀ ਸਰਦੀ ਆਪਣੇ ਸਰੀਰ ਤੇ ਸਹਾਰਦੇ ਹਨ। ਰਹਿ ਅਡੋਲ ਅਬੋਲ ਖਲੋਏ। ਔਰ ਅਡੋਲ ਖਲੋਤੇ ਰਹਿੰਦੇ ਅਕਾਲ ਪੁਰਖ ਵੱਲ ਧਿਆਨ ਧਰ ਕੇ, ਨਾ ਬੋਲਦੇ ਹਨ ਨਾ ਡੋਲਦੇ ਹਨ। ਕਹਿਤ ਵਿਧਾਤਾ ਸੁਨੋ ਸੁਰੋ ਸਭ। ਬ੍ਰਹਮਾ ਜੀ ਕਹਿੰਦੇ ਹੈ ਦੇਵਤਿਓ ਸੁਣੋ। ਸਮਾ ਸਮਾਪਤ ਕੋ ਅਬ ਸੋਏ। ਸ੍ਰੀ ਦੁਸ਼ਟ ਦਮਨ ਜੀ ਦੇ ਤਪ ਦਾ ਸਮਾਂ ਸੰਪੂਰਨ ਹੋ ਚੁੱਕਾ ਹੈ। ਨਿਰ ਸਿੱਖਿਅਨ ਜੁਤ ਨਰ ਤਨ ਧਰ ਕੈ। ਉਹ ਆਪਣੇ ਸਿੱਖਾਂ ਸਮੇਤ ਹੁਣ ਮਨੁੱਖੀ ਜਾਮਾ ਧਾਰਨ ਕਰਨਗੇ। ਮਾਤ ਲੋਕ ਦੇ ਵਿੱਚ ਉਹ ਅਵਤਾਰ ਧਾਰਨਗੇ। ਉਹਨਾਂ ਦੇ ਸਿੱਖ ਵੀ ਜਿਹੜੇ ਹਨ ਉਹਨਾਂ ਦੇ ਸਿੰਘ ਬਣ ਕੇ ਆਉਣਗੇ। ਪੰਥ ਪ੍ਰਕਾਸ਼ੈ ਤੇਜ ਅਜੋਏ। ਔਰ ਬੜਾ ਤੇਜਸਵੀ ਸੂਰਬੀਰ ਯੋਧਿਆਂ ਬਹਾਦਰਾਂ ਦਾ ਪੰਥ ਸਾਜਣਗੇ। ਸੁਧ ਕਰ ਸੁਰ ਔਰ ਅਚਰਜ ਧਰ ਕਰ। ਇਹ ਸੁਣ ਕੇ ਦੇਵਤੇ ਬੜੇ ਹੈਰਾਨ ਹੋਏ ਹਨ। ਲਖੀ ਭਵਿਖਿਅਤ ਸਭ ਹੀ ਬਾਤ। ਦੇਵਤਿਆਂ ਨੂੰ ਬ੍ਰਹਮਾ ਜੀ ਨੇ ਭਵਿੱਖ ਦੀ ਸਾਰੀ ਗੱਲ ਦੱਸ ਦਿੱਤੀ ਵੀ ਉਹ ਸਮਾਂ ਹੁਣ ਬਹੁਤ ਨੇੜੇ ਆ ਗਿਆ ਹੈ, ਜਦੋਂ ਦੁਸ਼ਟਾਂ ਰਾਖਸ਼ਾਂ ਪਾਪੀਆਂ ਦੇ ਜ਼ੁਲਮ ਦਾ ਨਾਸ ਕਰਨ ਲਈ ਦੁਸ਼ਟ ਦਮਨ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਕਰਨਾ ਹੈ, ਤੇ ਉਹਨਾਂ ਦੇ ਨਾਲ ਜਿਹੜੇ ਸ਼ੇਰ ਤਪ ਕਰ ਰਹੇ ਹਨ ਉਹਨਾਂ ਨੇ ਵੀ ਖਾਲਸਾ ਫੌਜ ਦੇ ਵਿੱਚ ਸਿੰਘ ਰੂਪ ਧਾਰਨ ਕਰਨਾ ਹੈ। ਜਿਤ ਕਿਤ ਦੇਸ਼ ਦੇਹ ਨਾਲ ਧਰ ਕੈ। ਉਹਨਾਂ ਦੀਆਂ ਫੌਜਾਂ ਬਹੁਤ ਪ੍ਰਗਟ ਹੋਣੀਆਂ ਨੇ। ਇਹ ਦੇਵਤਿਓ ਤੁਸੀਂ ਵੀ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਾ ਕੇ ਜੋ ਧਰਮੀ ਪੁਰਸ਼ ਹਨ ਉਹਨਾਂ ਦੇ ਘਰ ਜਨਮ ਲਵੋ ਤੇ ਉਹਨਾਂ ਦੀ ਫੌਜ ਵਿੱਚ ਸ਼ਾਮਲ ਹੋਵੋ। ਕੌਤਕ ਪਿਖਨ ਚਾਹਤ ਸਭ ਭਾਂਤ। ਜੇ ਤੁਸੀਂ ਕੌਤਕ ਵੇਖਣਾ ਚਾਹੁੰਦੇ ਹੋ ਜੰਗ ਯੁੱਧ ਦੇ, ਇਹ 10ਵੇਂ ਪਾਤਸ਼ਾਹ ਜੀ ਨੇ ਯੁੱਧ ਦੀ ਲੀਲਾ ਰਚਣੀ ਹੈ। ਉਸ ਯੁੱਧ ਦੀ ਲੀਲਾ ਨੂੰ ਦੇਖਣਾ ਹੈ ਤਾਂ ਚੱਲ ਕੇ ਮਾਤ ਲੋਕ ਵਿੱਚ ਜਨਮ ਲਵੋ। ਹਿੰਦ ਜਮਨ ਕੀ ਦੁਰਮਤ ਲਖ ਕਰ। ਕਹਿੰਦੇ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਖੋਟੀ ਮਤ ਹੋ ਚੁੱਕੀ ਹੈ। ਦੋਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਹਿੰਦੂ ਅੰਨਾ ਤੁਰਕੂ ਕਾਣਾ। ਹਿੰਦੂ ਜਿਹੜੇ ਹਨ ਉਹ ਕੇਵਲ ਮੂਰਤੀਆਂ ਦੀ ਪੂਜਾ ਵਿੱਚ ਹੀ ਸੀਮਤ ਰਹਿ ਗਏ ਹਨ। ਅਧਿਆਤਮਿਕ ਸਾਧਨਾ, ਗਿਆਨ ਸਾਧਨਾ, ਭਗਤੀ, ਯੋਗ, ਬੈਰਾਗ ਆਦਿ ਸ਼ੁਭ ਗੁਣਾਂ ਤੋਂ ਖਾਲੀ ਹੁੰਦੇ ਜਾ ਰਹੇ ਹਨ। ਕੇਵਲ ਵਿਖਾਵੇ ਦੇ ਹਿੰਦੂ ਰਹਿ ਗਏ। ਉੱਦਾਂ ਕੰਮ ਸਾਰੇ ਤੁਰਕਾਂ ਵਾਲੇ ਹੀ ਕਰਦੇ ਹੈ। ਜਿਵੇਂ ਮਹਾਰਾਜ ਨੇ ਲਿਖਿਆ ਨਾ, ਅੰਤਰ ਪੂਜਾ ਪੜ੍ਹੈ ਕਿਤਾਬਾਂ। ਅੰਦਰ ਤੇ ਘਰ 'ਚ ਲੁੱਕ ਕੇ ਪੂਜਾ ਕਰਦੇ ਵੀ ਅਸੀਂ ਹਿੰਦੂ ਹਾਂ, ਉਧਰ ਕਿਤਾਬਾਂ ਮੁਸਲਮਾਨਾਂ ਦੀਆਂ ਪੜ੍ਹਦੇ ਜਾ ਕੇ। ਨੀਲ ਬਸਤਰ ਪਹਿਰ ਹੋਵੇ ਪ੍ਰਵਾਨ। ਸਰਕਾਰੀ ਨੌਕਰੀ ਕਰਨੀ ਹੁੰਦੀ ਉਹਨਾਂ ਦੇ ਤੁਰਕਾਂ ਵਾਲੇ ਕੱਪੜੇ ਪਹਿਨਦੇ। ਸਰਕਾਰੀ ਨੌਕਰੀ ਕਰਨੀ ਤੁਰਕਾਂ ਦੀ ਬੋਲੀ ਬੋਲਦੇ। ਮਹਾਰਾਜ ਨੇ ਲਿਖਿਆ ਨਾ, ਖੱਤਰੀਆਂ ਤਾਂ ਧਰਮ ਛੋੜਿਆ। ਖੱਤਰੀ ਦਾ ਭਾਵ ਹੈ ਸੂਰਬੀਰ ਯੋਧੇ ਹਿੰਦੂ। ਜਿਹੜੇ ਛਤਰੀ ਸਨ, ਰਾਜੇ ਸਨ, ਧਰਮ ਦੇ ਰਾਖੇ ਸਨ, ਉਹਨਾਂ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ। ਖੱਤਰੀਆਂ ਤਾਂ ਧਰਮ ਛੋੜਿਆ, ਬਲੇਸ਼ ਭਾਖਿਆ ਗਈ। ਉਹ ਮੁਸਲਮਾਨਾਂ ਦੀ ਫਾਰਸੀ ਬੋਲੀ, ਤੁਰਕੀ ਬੋਲੀ, ਅਰਬੀ ਬੋਲੀ ਬੋਲਣ ਲੱਗ ਪਏ। ਆਪਣੀ ਬੋਲੀ ਛੱਡ ਦਿੱਤੀ। ਮਲੇਸ਼ਾਂ ਦੀ ਭਾਖਿਆ ਗਹੀ ਮੈਨੇ ਗ੍ਰਹਿਣ ਕੀਤੀ, ਪਕੜ ਲਈ। ਆਪਣੀ ਬੋਲੀ, ਆਪਣੇ ਗ੍ਰੰਥ ਪੜ੍ਹਨੇ ਛੱਡ ਦਿੱਤੇ ਤੇ ਅੰਤਰ ਪੂਜਾ ਪੜ੍ਹੈ ਕਿਤਾਬਾਂ। ਉਦਾਂ ਥੋੜੀ ਬਾੜੀ ਪੂਜਾ ਲੁੱਕ ਛੁਪ ਕੇ ਕਰਦੇ। ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ। ਤੋ ਇਸ ਕਰਕੇ ਹਿੰਦੂ ਵੀ ਆਪਣੇ ਧਰਮ ਤੋਂ ਭ੍ਰਿਸ਼ਟ ਹੋ ਚੁੱਕੇ ਹਨ ਤੇ ਮੁਸਲਮਾਨ ਵੀ। ਜਿਹੜਾ ਇਸਲਾਮ ਦਾ ਤਾਂ ਅਰਥ ਹੈ ਵੀ ਸਾਰੇ ਪਾਸੇ ਸ਼ਾਂਤੀ ਫੈਲਾਵੇ, ਸਭ ਨੂੰ ਪ੍ਰੇਮ ਕਰੇ, ਪਰ ਉਹਨਾਂ ਨੇ ਵੀ ਸਾਰੇ ਪਾਸੇ ਹਨੇਰਗਰਦੀ ਮਚਾਈ ਹੋਈ ਹੈ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਕਿਹੜਾ ਜ਼ੁਲਮ ਹੈ ਜਿਹੜਾ ਹੁਣ ਤੁਰਕ ਨਹੀਂ ਕਰਦੇ। ਇਸ ਕਰਕੇ ਦੋਵੇਂ ਹੀ ਧਰਮ ਜਿਹੜੇ ਹਨ ਉਹਨਾਂ ਵਿੱਚ ਕਪਟ ਵਿਦਿਆ ਚਲਾਨੀ, ਝੂਠ ਕਪਟ ਦਾ ਬੋਲਬਾਲਾ ਹੋ ਗਿਆ ਹੈ। ਕਰਤਾ ਪੁਰਖ ਭਗਤ ਸੁਖ ਦਾਤ। ਹੁਣ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦੇਖ ਰਿਹਾ ਹੈ ਵੀ ਇਹ ਦੋਵੇਂ ਧਰਮ ਜਿਹੜੇ ਚਲਾਏ ਸੀ ਹਿੰਦੂ ਤੇ ਮੁਸਲਮਾਨ, ਇਹ ਦੋਵੇਂ ਕੁਰਾਏ ਪੈ ਗਏ ਹਨ।
ਹੁਣ ਕੋਈ ਤੀਸਰਾ ਪੰਥ ਸਾਜਣ ਦੀ ਲੋੜ ਹੈ। ਨਿਜ ਗਨ ਸੋ ਆਇਸ ਅਸ ਦੀਨਸ। ਕਰਤੇ ਪੁਰਖ ਨੇ ਉਸ ਵੇਲੇ ਸਾਧ ਸੰਗਤ ਜੀ ਆਪਣੇ ਸੇਵਕਾਂ ਨੂੰ, ਆਪਣੇ ਦੂਤਾਂ ਨੂੰ ਹੁਕਮ ਦਿੱਤਾ। ਗਮਨੋ ਹਲੇ ਭਗਵਾਨ ਅਵਦਾਤ। ਮਹਾਰਾਜ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪਣੇ ਦੇਵਤਿਆਂ ਨੂੰ, ਆਪਣੇ ਸੇਵਕਾਂ ਨੂੰ ਆਖਿਆ ਵੀ ਵਧੀਆ ਸੋਹਣਾ ਸਭ ਤੋਂ ਕੀਮਤੀ ਵਿਮਾਨ, ਜਿਵੇਂ ਕਹਿੰਦੇ ਵੀ ਕੋਈ ਵਧੀਆ ਹੈਲੀਕਾਪਟਰ ਜਾਂ ਵਧੀਆ ਜਹਾਜ਼ ਰਾਸ਼ਟਰਪਤੀ ਵਾਸਤੇ, ਅਮਰੀਕਾ ਦੇ ਰਾਸ਼ਟਰਪਤੀ ਦਾ ਪੁਰਾਣਾ ਜਹਾਜ਼ ਅਜੇ ਵੀ ਉੱਥੇ ਸਿਆਟਲ ਖੜਾ ਹੈ। ਉਹ ਸਨ 56 ਤੋਂ ਲੈ ਕੇ 96 ਤੱਕ 40 ਸਾਲ ਉਹ ਯੂਜ਼ ਕੀਤਾ ਰਾਸ਼ਟਰਪਤੀ ਨੇ। ਉਹਦੇ ਵਿੱਚ ਸਾਧ ਸੰਗਤ ਜੀ ਬਹੁਤ ਕੀਮਤੀ ਸਮਾਨ ਲੱਗਾ ਹੋਇਆ। ਉਹਦੇ ਤੁਸੀਂ ਜਾ ਕੇ ਦੇਖੋ, ਵਿੱਚ ਹੀ ਕਮਰੇ ਹਨ, ਵਿੱਚ ਹੀ ਟੈਲੀਫੋਨ। ਉਸ ਜ਼ਮਾਨੇ 'ਚ ਅੱਜ ਤੋਂ ਕੋਈ 70 ਸਾਲ ਪਹਿਲਾਂ। ਤੇ ਏਦਾਂ ਜਿਹੜਾ ਸਭ ਤੋਂ ਮਹਿੰਗਾ ਜਹਾਜ਼ ਅਕਾਲ ਪੁਰਖ ਦਾ ਹੈ, ਆਖੋ ਸ੍ਰੀ ਵਾਹਿਗੁਰੂ। ਉਹ ਅੰਦਰਲੀ ਗੱਲ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਹਾੜ। ਕਹਿੰਦੇ ਜਿਹੜਾ ਸਭ ਤੋਂ ਵਧੀਆ ਜਹਾਜ਼ ਹੈ ਨਾ, ਉਹ ਲੈ ਕੇ ਜਾਓ ਤੇ ਮੇਰੇ ਪਿਆਰੇ ਦੁਸ਼ਟ ਦਮਨ ਨੂੰ ਸੱਚਖੰਡ 'ਚ ਲੈ ਕੇ ਆਓ। ਰੂਪ ਤਪੋ ਮੈਂ ਤਪ ਕੋ ਤਾਪਤ। ਹਾਂ, ਕਹਿੰਦੇ ਜਿਹੜਾ ਤਪਸਵੀ ਤਪ ਕਰ ਰਿਹਾ ਨਾ, ਤਪ ਰੂਪ ਹੀ ਹੋ ਗਿਆ ਉਹ। ਕਈ ਯੁੱਗ ਬੀਤ ਗਏ ਨੇ ਤਪ ਕਰਦੇ ਨੂੰ, ਉਹ ਹੁਣ ਉਹਦਾ ਸਰੂਪ ਤਪ ਰੂਪ ਹੋ ਗਿਆ। ਤਪਸਵੀ, ਮਹਾਨ ਤਪਸਵੀ ਹੇਮਕੁੰਟ ਸਾਹਿਬ ਤੇ ਤਪ ਕਰ ਰਿਹਾ ਹੈ। ਅਤਿਸ਼ੈ ਤਪਸੀ ਤਪ ਮੈਂ ਪਿਆਰ। ਉਹ ਵੱਡਾ ਤਪਸਵੀ ਹੈ, ਉਹਦੇ ਵਰਗਾ ਤਪਸਵੀ ਸੰਸਾਰ ਤੇ ਕੋਈ ਨਹੀਂ ਹੈ। ਉਹਦਾ ਤਪ ਵਿੱਚ ਇਤਨਾ ਪਿਆਰ ਹੈ ਕਿ ਉਹ ਤਪ ਮੂਰਤ ਬਣ ਗਿਆ, ਤਪੋ ਨਿਧ ਬਣ ਗਿਆ ਹੈ। ਮੋਹਿ ਸਮੀਪ ਜਾਏ ਅਬ ਆਨੋ। ਜਾਓ ਮੇਰੇ ਸੇਵਕ ਨੂੰ, ਮੇਰੇ ਪਿਆਰੇ ਨੂੰ, ਮੇਰੇ ਭਗਤ ਦੁਸ਼ਟ ਦਮਨ ਨੂੰ ਮੇਰੇ ਕੋਲ ਲੈ ਕੇ ਆਓ। ਘੋਰ ਤਪਿਓ ਤਪ ਦਰਸ ਉਦਾਰ। ਉਹਨੇ ਬੜਾ ਤਪ ਕਰ ਲਿਆ, ਉਹਦੀ ਤਪੱਸਿਆ ਪੂਰਨ ਹੋ ਗਈ ਹੈ। ਉਹਦੀ ਤਪੱਸਿਆ ਤ੍ਰਿਲੋਕੀ ਵਿੱਚ ਛਾ ਗਈ ਹੈ। ਉਹਦੇ ਵਰਗਾ ਤਪਸਵੀ ਨਾ ਭੂਤ ਵਿੱਚ ਹੋਇਆ ਤੇ ਨਾ ਕੋਈ ਭਵਿੱਖ ਵਿੱਚ ਹੋਣਾ ਹੈ। ਸੰਮਤ ਬਿਤੇ ਅਸੰਖ ਜਿਸੀ ਕੋ। ਜਿਹਨੂੰ ਲੱਖਾਂ ਕਰੋੜਾਂ ਅਰਬਾਂ ਖਰਬਾਂ ਸਾਲ ਤਪ ਕਰਦੇ ਨੂੰ ਹੋ ਗਏ ਨੇ, ਯੁੱਗ ਬੀਤ ਗਏ ਨੇ, ਯੁੱਗਾਂ ਦੀਆਂ ਚੌਂਕੜੀਆਂ ਬੀਤ ਗਈਆਂ ਨੇ। ਸਾਧ ਸੰਗਤ ਜੀ, ਇਹ ਆਮ ਜਿਹੜੇ ਸਾਡੇ ਵਰਗੇ ਨੇ ਉਹਨਾਂ ਨੂੰ ਤਾਂ ਨਹੀਂ ਇਹ ਗੱਲ ਸਮਝ ਆਉਣੀ, ਹਜਮ ਨਹੀਂ ਹੋਣੀ ਵੀ ਇੰਨੇ ਲੱਖਾਂ ਕਰੋੜਾਂ ਸਾਲ ਕਿੱਦਾਂ ਤਪ ਹੁੰਦਾ। ਪਰ ਜਿਹੜੇ ਧਿਆਨ ਵਿੱਚ ਉਤਰੇ ਹੁੰਦੇ ਨੇ ਗਹਿਰੇ, ਉਹਨਾਂ ਨੂੰ ਪਤਾ ਹੈ ਵੀ ਇਹ ਖੇਡ ਕੋਈ ਹੋਰ ਹੈ। ਇਹ ਇਦਾਂ ਦੀ ਨਹੀਂ ਵੀ ਜਿੱਦਾਂ ਅਸੀਂ ਦੇਖਦੇ ਹਾਂ ਜਾਗਰਤ ਅਵਸਥਾ ਵਿੱਚ ਥੋੜੀ ਜਿਹੀ ਮਾੜੀ ਮੋਟੀ ਇਹ ਬੰਦਾ 50 ਸਾਲਾਂ ਦਾ ਹੋ ਗਿਆ, 100 ਸਾਲਾਂ ਦਾ ਹੋ ਗਿਆ, ਇੱਥੋਂ ਤੱਕ ਹੀ ਸਾਡੀ ਸੋਚ ਹੈ। ਇਹ ਨਹੀਂ, ਇਹ ਕੋਈ ਹੋਰ ਮੰਡਲ ਦੀ ਗੱਲ ਚੱਲ ਰਹੀ ਹੈ। ਉੱਥੇ ਤਪ ਲੱਖਾਂ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ ਨੇ ਸ੍ਰੀ ਦੁਸ਼ਟ ਦਮਨ ਜੀ ਨੂੰ ਤਪ ਕਰਦਿਆਂ ਹੋਇਆ। ਮਮ ਸਰੂਪ ਸੋ ਇਕਤਾ ਧਾਰ। ਮੇਰੇ ਸਰੂਪ ਨਾਲ ਇੱਕ ਮਿਕ ਹੋ ਚੁੱਕਾ ਹੈ, ਉਹਦੇ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ। ਮਹਾਰਾਜ ਅਕਾਲ ਪੁਰਖ ਜੀ ਕਹਿੰਦੇ ਨੇ ਤੂੰ ਮੇਰਾ ਪੁੱਤਰ ਹੈ। ਪੁੱਤਰ ਤੇ ਪਿਓ ਦਾ ਨਵਾਂ ਹੀ ਰੂਪ ਹੁੰਦਾ, ਹੋਰ ਕੀ ਹੁੰਦਾ। ਪੁੱਤਰ ਪਿਓ ਦਾ ਨਵਾਂ ਬਣਿਆ ਸਵਾਰਿਆ ਸੋਹਣਾ ਰੂਪ ਪੁੱਤਰ ਆ ਜਾਂਦਾ, ਹੋਰ ਕਨਵਰਟ ਹੋ ਕੇ ਨਵਾਂ ਰੂਪ ਹੁੰਦਾ। ਇਹ ਕੁਦਰਤ ਨੇ ਬਣਾਇਆ ਹੋਇਆ, ਪੁਰਾਣਾ ਹੋ ਗਿਆ ਪਿਓ, ਪੁੱਤਰ ਨਵਾਂ ਹੋ ਗਿਆ। ਤੇ ਰੂਪ ਤੇ ਤੱਤ ਤੇ ਉਹੀ ਹੈ ਨਾ। ਇਸੇ ਕਰਕੇ ਸੰਸਕ੍ਰਿਤ ਵਿੱਚ ਬ੍ਰਿਜ ਭਾਸ਼ਾ ਵਿੱਚ ਤਾਤ ਸ਼ਬਦ ਪਿਓ ਵਾਸਤੇ ਵੀ ਆਉਂਦਾ ਤੇ ਪੁੱਤਰ ਵਾਸਤੇ ਵੀ ਆਉਂਦਾ। ਪਿਓ ਨੂੰ ਵੀ ਤਾਤ ਕਹਿੰਦੇ ਨੇ ਬ੍ਰਿਜ ਭਾਸ਼ਾ ਦੇ ਗ੍ਰੰਥਾਂ ਵਿੱਚ, ਪੁੱਤਰ ਨੂੰ ਵੀ ਤਾਤ ਕਹਿੰਦੇ ਨੇ। ਤਾਤ ਪਿਓ ਨੂੰ ਵੀ ਪੁੱਤਰ ਨੂੰ ਇੱਕੋ ਤਾਤ ਸ਼ਬਦ ਨਾਲ ਕਿਉਂ ਯਾਦ ਕੀਤਾ ਜਾਂਦਾ? ਕਿਉਂਕਿ ਪਿਓ ਦਾ ਤੱਤ ਪੁੱਤਰ ਹੁੰਦਾ, ਪੁੱਤਰ ਦਾ ਤੱਤ ਪਿਓ ਹੁੰਦਾ, ਇਸ ਕਰਕੇ ਤਾਤ ਕਹਿੰਦੇ ਨੇ। ਤੋ ਮਹਾਰਾਜ ਅਕਾਲ ਪੁਰਖ ਜੀ ਕਹਿੰਦੇ ਜਾਓ, ਮੇਰਾ ਹੀ ਰੂਪ ਹੈ ਉਹਨੂੰ ਮੇਰੇ ਕੋਲ ਲੈ ਕੇ ਆਓ। ਮੋਹੇ ਰੂਪ ਮੈਂ ਉਚਿਤ ਮਿਲਨ ਕਾ। ਹੁਣ ਉਹਦਾ ਸਮਾਂ ਆ ਗਿਆ, ਮੇਰੇ ਰੂਪ ਵਿੱਚ ਮਿਲਣ ਦੇ ਯੋਗ ਹੋ ਗਿਆ ਉਹ। ਸਾਧ ਸੰਗਤ ਜੀ, ਆਪਾਂ ਹੈ ਤਾਂ ਸਾਰੇ ਪਰਮੇਸ਼ਰ ਦਾ ਹੀ ਰੂਪ ਆ, ਪਰ ਮਿਲਣ ਜੋਗੇ ਨਹੀਂ ਆ। ਸਾਡੇ ਕਰਮ ਹੀ ਐਸੇ ਨੇ, ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਕਰਕੇ ਵਿਛੜੇ ਹੋਏ ਆ। ਤੇ ਉਹ ਦੁਸ਼ਟ ਦਮਨ ਨੇ ਆਪਣੇ ਕਰਮ ਸਾਰੇ ਇੰਨੇ ਪਵਿੱਤਰ ਕਰ ਲਏ ਨੇ ਵੀ ਹੁਣ ਸਾਡੇ ਵਿੱਚ ਅਭੇਦ ਹੋਣ ਜੋਗਾ ਬਣ ਗਿਆ ਹੈ। ਅਸਥ ਮਾਤਰ ਜਿਸ ਗਾਤ ਨਿਹਾਰ। ਜਾਓ ਤੁਸੀਂ ਦੇਖੋ, ਉੱਥੇ ਹੇਮਕੁੰਡ ਪਹਾੜ ਹੈ, ਸਰੋਵਰ ਹੈ, ਉਹਦੇ ਕੰਢੇ ਤੇ ਚੋਟੀ ਤੇ ਬੈਠਾ ਤਪ ਕਰ ਰਿਹਾ। ਉਹਦਾ ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ ਹੈ, ਸਿਰਫ ਹੱਡੀਆਂ ਹੀ ਨੇ। ਤੁਸੀਂ ਉਹਨੂੰ ਦੇਖ ਕੇ ਪਛਾਣ ਲਿਆ ਜੇ। ਉਹਦਾ ਸਰੀਰ ਅਸਤ ਮਾਤਰ ਹੈ, ਹੱਡੀਆਂ ਮਾਤਰ ਢਾਂਚਾ ਹੈ ਸਰੀਰ ਦਾ। ਹੇਮਕੂਟ ਕੇ ਸਪਤ ਸ੍ਰਿੰਗ ਸ਼ੁਭ। ਉੱਥੇ ਹੇਮਕੁੰਡ ਸਰੋਵਰ ਹੈ, ਉਹਦੇ ਲਾਗੇ 7 ਚੋਟੀਆਂ ਪਹਾੜ ਦੀਆਂ ਹਨ।
ਸਪਤ ਸਰਿੰਗ ਤਹ ਨਾਮ ਕਹਾਵਾ, ਪੰਡ ਰਾਜ ਜਹ ਜੋ ਕਮਾਵਾ। ਉਹ 7 ਚੋਟੀਆਂ ਵਾਲਾ ਪਹਾੜ ਹੈ, ਉਹਦੇ ਵਿਚਕਾਰ ਹੇਮਕੁੰਡ ਸਰੋਵਰ ਹੈ। ਸਭਨ ਬੀਚ ਪਰ ਸ੍ਰਿੰਗ ਸੁਹਾਈ, ਜਿਹੜਾ ਸਾਰਿਆਂ ਦੀ ਵਿਚਕਾਰਲੀ ਚੋਟੀ ਹੈ, ਉਹਦੇ ਉੱਤੇ ਉਹ ਖੜਾ ਤਪ ਕਰਦਾ ਹੈ। ਤਿਸ ਪਰ ਖਰੇ ਕਰੈ ਤਪ ਦੀਰਗ, ਬਹੁਤ ਤਪ ਕਰਦਾ ਹੈ, ਬਹੁਤ ਵੱਡਾ ਤਪਸਵੀ ਹੈ। ਉਹਦੇ ਨਾਲ ਦਾ ਤਪਸਵੀ ਉਸ ਮਾਤ ਲੋਕ ਚ ਵੀ ਤਾਂ ਕੀ ਦੇਵ ਲੋਕ ਵਿੱਚ ਵੀ ਕੋਈ ਨਹੀਂ ਹੈ। ਅਚਲ ਸ਼ੁਸ਼ਕ ਕਾਸ਼ਟਮ ਸਮਤਾਈ, ਅਚਲ ਖੜਾ, ਹਿਲਦਾ ਨਹੀਂ, ਜੁਲਦਾ ਨਹੀਂ, ਡੋਲਦਾ ਨਹੀਂ। ਜਿਵੇਂ ਸੁੱਕੀ ਲੱਕੜੀ ਖੜੀ ਹੁੰਦੀ ਹੈ, ਸੁੱਕੀ ਲੱਕੜੀ ਜਿਵੇਂ ਅਡੋਲ ਖੜੀ ਰਹਿੰਦੀ ਹੈ ਨਾ, ਏਦਾਂ ਉਹਦਾ ਸਰੀਰ ਹੋ ਗਿਆ ਸੁੱਕੀ ਲੱਕੜੀ ਵਰਗਾ ਤੇ ਅਡੋਲ ਖੜਾ ਹੈ ਧਿਆਨ ਮੁਦਰਾ ਵਿੱਚ। ਸੁਨ ਗਨ ਲੈ ਬਿਮਾਨ ਕੋ ਗਮਨੇ, ਸਾਰੇ ਦੇਵਤੇ ਅਕਾਲ ਪੁਰਖ ਜੀ ਦੀ ਆਗਿਆ ਪਾ ਕੇ ਬਹੁਤ ਕੀਮਤੀ ਵਿਮਾਨ ਲੈ ਕੇ, ਸ੍ਰੀ ਸਰਵਲੋਕ ਗ੍ਰੰਥ ਵਿੱਚ 10ਵੇਂ ਪਾਤਸ਼ਾਹ ਨੇ ਉਸ ਵਿਮਾਨ ਦਾ ਜ਼ਿਕਰ ਕੀਤਾ ਹੋਇਆ ਕਿ ਉਹ ਕਿੱਦਾਂ ਦਾ ਵਿਮਾਨ ਸੀਗਾ। ਉਹ ਵਿਮਾਨ ਲੈ ਕੇ ਭਾਈ ਸਾਹਿਬ ਵੀ ਹੁਣ ਲਿਖਣ ਲੱਗੇ। ਉਹ ਭਾਈ ਸੰਤੋਖ ਸਿੰਘ ਵੀ ਕੋਈ ਆਮ ਨਹੀਂ ਸਨ, ਇਹ ਵੀ ਕੋਈ ਉਸੇ ਮੰਡਲ ਦੇ ਹੀ ਕਵੀ ਸਨ ਜਿੱਥੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਭੇਜਿਆ ਸੀ। ਕਹਿੰਦੇ ਉਹ ਦੇਵੀ ਮੰਡਲ ਦਾ ਵਿਮਾਨ ਲੈ ਕੇ ਦੇਵਤੇ ਚੱਲ ਪਏ ਹਨ। ਜਿਸ ਕੀ ਸ਼ੋਭਾ ਕਹੀ ਨਾ ਜਾਏ, ਉਸ ਵਿਮਾਨ ਦੀ, ਉਸ ਜਹਾਜ਼ ਦੀ, ਉਸ ਹੈਲੀਕਾਪਟਰ ਦੀ ਸ਼ੋਭਾ ਨਹੀਂ ਦੱਸੀ ਜਾ ਸਕਦੀ, ਕਿੱਦਾਂ ਦਾ ਹੈ। ਸੁੰਦਰ ਬੰਧਨ ਵਾਰ ਦਰਨ ਪਰ, ਕਹਿੰਦੇ ਉਸ ਵਿਮਾਨ ਦੇ ਦਰਵਾਜ਼ਿਆਂ ਤੇ ਬੜੇ ਬੜੇ ਸੋਹਣੇ ਫੁੱਲਾਂ ਦੀਆਂ ਲੜੀਆਂ ਲੱਗੀਆਂ ਹੋਈਆਂ ਹਨ। ਮੁਕਤਾ ਮਹਿਤ ਪ੍ਰਕਾਸ਼ ਕਰਾਏ, ਕਹਿੰਦੇ ਮੋਤੀਆਂ ਦੀਆਂ ਲੜੀਆਂ ਹਨ, ਕੀਮਤੀ ਮੋਤੀ ਝੜਨ ਦੀਆਂ ਝਾਲਰਾਂ ਲਾਈਆਂ ਹੋਈਆਂ ਨੇ ਦਰਵਾਜ਼ਿਆਂ ਦੇ ਉੱਤੇ। ਦਿਨ ਮਨ ਸਮ ਮਨ ਗਣ ਕੀ ਜੜਤੀ, ਕਹਿੰਦੇ ਮਣੀਆਂ ਵਿੱਚ ਜੜੀਆਂ ਹੋਈਆਂ ਨੇ ਕੀਮਤੀ, ਜਿਨ੍ਹਾਂ ਦੀ ਚਮਕ ਸੂਰਜ ਵਰਗੀ ਪੈਂਦੀ ਹੈ। ਜਿਵੇਂ ਸੂਰਜ ਚਮਕਦਾ ਇਉਂ ਮਣੀਆਂ ਚਮਕਦੀਆਂ ਨੇ। ਮਹਿਤ ਪ੍ਰਕਾਸ਼ਕ ਕਮਲ ਬਨਾਈ, ਕਹਿੰਦੇ ਬੜੇ ਬੜੇ ਸੋਹਣੇ ਕਮਲ ਫੁੱਲ ਉਚਿਤਰੇ ਹੋਏ ਨੇ ਕੰਧਾਂ ਦੇ ਉੱਤੇ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸੀਂ ਨਕਾਸ਼ੀ ਦੇਖਦੇ ਹੋ ਨਾ, ਹਜ਼ੂਰ ਸਾਹਿਬ ਪੁਰਾਤਨ ਨਕਾਸ਼ੀ ਕੰਧਾਂ ਤੇ ਮਿਲਦੀ ਹੈ। 1984 ਤੋਂ ਪਹਿਲਾਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸੀ, ਉਹਦੇ ਅੰਦਰ ਵੀ ਸਾਧ ਸੰਗਤ ਜੀ ਬੜੀ ਸੁੰਦਰ ਨਕਾਸ਼ੀ ਸੀਗੀ, ਪਰ ਅਸੀਂ ਥੋੜੇ ਮਾਰ ਮਾਰ ਕੇ ਤੋੜ ਦਿੱਤੀ। ਉਹ ਜਿਹੜੀ ਪੁਰਾਤਨ ਨਕਾਸ਼ੀ, ਉਦਾਂ ਦੀ ਨਕਾਸ਼ੀ ਕਹਿੰਦੇ ਉਸ ਵਿਮਾਨ ਦੇ ਉੱਤੇ ਹੋਈ ਹੈ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਵਾਸਤੇ ਭੇਜਿਆ ਹੈ। ਹੀਰੇ ਕੋਰਦਾਰ ਕਰ ਕੋਰਨ, ਕਹਿੰਦੇ ਬੜੇ ਬੜੇ ਸੋਹਣੇ ਹੀਰੇ ਕੋਰਦਾਰ, ਜਿਨ੍ਹਾਂ ਦੇ ਉੱਤੇ ਕਢਾਈ ਕੱਢੀ ਹੋਈ ਹੈ, ਉਹ ਕੋਰ ਵਿੱਚ ਜੜੇ ਹੋਏ ਹਨ। ਪੌਰਨ ਪਦਮ ਰਾਗ ਛਬ ਛਾਏ, ਕਹਿੰਦੇ ਦਰਵਾਜ਼ਿਆਂ ਦੇ ਉੱਤੇ ਬੜੇ ਸੋਹਣੇ ਕਮਲ ਲਾਏ ਹੋਏ ਹਨ। ਹੰਸਨ ਕੀ ਪ੍ਰਤਮਾ ਘਰ ਚਿਤਰਤ, ਕਹਿੰਦੇ ਹੰਸਾਂ ਦੀਆਂ ਫੋਟੋਆਂ ਬਣਾ ਬਣਾ ਕੇ ਚਿੱਤਰਕਾਰੀ ਕੀਤੀ ਹੋਈ ਹੈ। ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਅਜੇ ਵੀ ਮੌਜੂਦ ਹੈ ਪੁਰਾਤਨ ਨਕਾਸ਼ੀ, ਕਿਤੇ ਹੰਸਾਂ ਦੀਆਂ ਕਿਤੇ ਪੰਛੀਆਂ ਦੀਆਂ ਤਸਵੀਰਾਂ ਚਿੱਤਰੀਆਂ ਹੋਈਆਂ ਨਾ। ਇਹ ਅਕਾਲ ਪੁਰਖ ਦੇ ਦਰਬਾਰ ਦਾ ਹੀ, ਸੱਚਖੰਡ ਦਾ ਹੀ ਨਜ਼ਾਰਾ ਮਾਤ ਲੋਕ ਹਰਿਮੰਦਰ ਸਾਹਿਬ ਹੈ। ਭਾਈ ਸੰਤਵੀਰ ਸਿੰਘ ਜੀ ਲਿਖਦੇ ਨੇ, ਅਰਸ਼ ਉਤਾਰਿਆ ਆਣ ਰਸੀਆਂ ਬਚਾਉਂਦਾ। ਰਸੀਆਂ ਵਾਸਤੇ ਨਾ ਉਹ ਸੱਚਖੰਡ ਦਾ ਨਜ਼ਾਰਾ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇੱਥੇ ਪ੍ਰਗਟ ਕੀਤਾ, ਗੁਰੂ ਰਾਮਦਾਸ ਦੇ ਦਰਬਾਰ ਦੇ ਰੂਪ ਵਿੱਚ। ਸੋ ਐਸਾ ਸੁੰਦਰ ਨਜ਼ਾਰਾ ਹੈ। ਉੱਪਰ ਕਲਸ ਉਰਦ ਦਿਪਤਾਈ, ਕਹਿੰਦੇ ਉੱਤੇ ਬੜੇ ਸੋਹਣੇ ਕਲਸ ਲੱਗੇ ਹਨ। ਜਾਲ ਕਿੰਕਣੀ ਕਰਤ ਕੁਲਾਹਲ, ਜਿਨ੍ਹਾਂ ਦੇ ਲੱਕਾਂ ਨੂੰ ਤੜਾਗੀਆਂ ਬੰਨੀਆਂ ਹਨ। ਉਹ ਦੇਵਤੇ ਕੁਲਾਹਲ ਕਰਦੇ, ਆਰਤੀਆਂ ਕਰਦੇ। ਸੰਖਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਬਰਖਾ ਬਰਖਾਵੇਂ। ਆਰਤੀ ਕੋਟ ਕਰੇ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇਂ। ਦਾਨ ਦਦਰਸ਼ਨ ਦੇ ਕੇ ਪ੍ਰਦਰਸ਼ਨ, ਭਾਲ ਮੈਂ ਕੁੰਕਮੇ ਅਛਤ ਲਾਵੇਂ। ਹੋਤ ਕੁਲਾਹਲ ਦੇਵਪੁਰੀ, ਮਿਲ ਦੇਵਨ ਕੇ ਕੁਲ ਮੰਗਲ ਗਾਵੇਂ। ਐਸੀ ਸੁੰਦਰ ਸਾਧ ਸੰਗਤ ਦੀ ਕੀਰਤੀ ਉਸ ਵਿਮਾਨ ਦੀ। ਮਨ ਅਨੁਸਾਰ ਚਲਨ ਸਭ ਥਾਏ, ਔਰ ਉਹ ਵਿਮਾਨ ਮਨ ਦੇ ਅਨੁਸਾਰ ਚੱਲਦਾ। ਜਿਵੇਂ ਮਨ ਦੀ ਰਫ਼ਤਾਰ ਹੈ ਨਾ, ਮਨ ਦੀ ਬਹੁਤ ਤੇਜ਼ ਰਫ਼ਤਾਰ ਹੈ। ਅਜੇ ਤੱਕ ਮਨ ਦੇ ਤੇਜ਼ ਦੌੜਨ ਜਿੰਨੀ ਕੋਈ ਚੀਜ਼ ਦੁਨੀਆ ਤੇ ਬਣੀ ਨਹੀਂ। ਕੋਈ ਜਹਾਜ਼, ਕੋਈ ਰਾਕਟ, ਕੋਈ ਐਸਾ ਹਥਿਆਰ, ਕੋਈ ਚੀਜ਼ ਨਹੀਂ ਬਣੀ ਨਹੀਂ ਮਨ ਜਿੰਨੀ ਸਪੀਡ ਰੱਖਦੀ ਹੋਵੇ। ਹਾਂਜੀ,
ਮੁਕਤਾ ਜਾਲੀ ਜਵਲਤ ਝਰੋਖਨ। ਕਹਿੰਦੇ ਮੋਤੀਆਂ ਦੀਆਂ ਲੜੀਆਂ ਜਾਲੀਆਂ ਦੇ ਵਿੱਚ ਝਰੋਖਿਆਂ ਵਿੱਚ ਲਟਕਦੀਆਂ ਹਨ। ਰਮੇ ਮਨੋਹਰ ਦਿਪਤ ਬਿਮਾਨ। ਬੜਾ ਰਮੈ ਬੜਾ ਹੀ ਰਮਣੀਕ ਸੋਹਣਾ ਬਿਮਾਨ ਹੈ ਅਕਾਲ ਪੁਰਖ ਜੀ ਦਾ। ਆਸ ਤਰਨ ਬਰ ਮ੍ਰਿਦੁਲ ਕਲਤ ਕਰ। ਉਹਦੇ ਵਿੱਚ ਬੜੇ ਸੁੰਦਰ ਵਿਛਾਣੇ ਵਿਛਾਏ ਹੋਏ ਨੇ। ਸੁੰਦਰ ਧਰੇ ਸੁਭਾਗੋ ਪਤਾਨ। ਤੇ ਮੋਟੇ ਮੋਟੇ ਗੋਲ ਗੋਲ ਸਰਾਣੇ ਰੱਖੇ ਹੋਏ ਨੇ। ਸ਼ਾਮਲ ਰਕਤ ਰੰਗ ਤੇ ਆਦਿਕ। ਕਹਿੰਦੇ ਕੋਈ ਨੀਲੇ ਹਨ, ਕੋਈ ਸ਼ਿਆਮ ਹਨ, ਕੋਈ ਲਾਲ ਰੰਗ ਦੇ ਹਨ। ਲਗੇ ਰਤਨ ਹੀਰੇ ਦੁਤ ਖਾਨ। ਹੀਰੇ ਰਤਨ ਜੜੇ ਹੋਏ ਹਨ। ਜਾਹੇ ਦੇਸ਼ ਜਿਸ ਦੇਖੈ ਕੋ ਤਹਿ। ਕਹਿੰਦੇ ਜਿਹੜਾ ਜਿਸ ਦੇਸ਼ ਵਿੱਚ ਵੀ ਜਾਂਦੇ ਨਾ ਦੇਵਤੇ ਵਿਮਾਨ ਲੈ ਕੇ, ਉੱਥੋਂ ਦੇ ਦੇਵਤੇ ਖੜ ਖੜ ਕੇ ਦੇਖਦੇ ਹਨ। ਕਹਿ ਪਰਸ ਪਰ ਹੈ ਇਹ ਭਾਨ। ਕਹਿੰਦੇ ਸੂਰਜ ਜਾ ਰਿਹਾ ਹੈ, ਰੱਥ ਨਹੀਂ ਜਾ ਰਿਹਾ, ਇਹ ਅਕਾਲ ਪੁਰਖ ਦਾ ਵਿਮਾਨ ਨਹੀਂ ਜਾ ਰਿਹਾ, ਇਹ ਸੂਰਜ ਇੰਨੀ ਚਮਕ ਹੈ ਵੀ ਸੂਰਜ ਜਾ ਰਿਹਾ ਹੈ। ਸਪਤ ਸ੍ਰਿੰਗ ਕੋ ਮੱਧ ਸ੍ਰਿੰਗ ਪਰ। ਜਿਹੜਾ ਸੱਤਾਂ ਚੋਟੀਆਂ ਦੇ ਵਿਚਕਾਰਲੀ ਚੋਟੀ ਹੈ। ਫਿਰਿਓ ਆਏਗਨ ਸਹਿਤ ਬਿਮਾਨ। ਉੱਥੇ ਦੇਵਤਿਆਂ ਦਾ ਵਿਮਾਨ ਅਕਾਲ ਪੁਰਖ ਦਾ ਭੇਜਿਆ ਹੋਇਆ ਆ ਕੇ ਖਲੋ ਗਿਆ, ਉਤਰ ਗਿਆ। ਸਾਦਰ ਬਿਨੈ ਸੁਨਾਵਨ ਕੀਨਸ। ਦੇਵਤੇ ਸਾਰੇ ਵਿਮਾਨ ਤੋਂ ਉਤਰੇ ਤੇ ਸ੍ਰੀ ਦੁਸ਼ਟ ਦਮਨ ਜੀ ਮਹਾਰਾਜ ਮਹਾਨ ਤਪਸਵੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਹਨ। ਹੇ ਤਪ ਧਨ ਤਪ ਰੂਪ ਮਹਾਨ। हे ਮਹਾਨ ਤਪਸਵੀ ਜੀਓ, हे ਦੁਸ਼ਟ ਦਮਨ ਜੀਓ, हे ਤਪੋ ਨਿਧ ਜੀਓ। ਤਪ ਅਦ ਕੋ ਤੁਮ ਤਪੈ ਬਿਥਾਰੋ। ਤੁਹਾਡੇ ਤਪ ਦੀ ਬੜੀ ਮਹਿਮਾ ਹੈ ਮਹਾਂਪੁਰਸ਼ੋ। ਤੁਹਾਡਾ ਤਪ ਸੰਸਾਰ ਦੇ ਵਿੱਚ ਲਾਸ਼ਾਨੀ ਹੈ। ਤੁਹਾਡੇ ਵਰਗਾ ਕੋਈ ਤਪਸਵੀ ਨਹੀਂ ਹੈ। ਤਪ ਸਾਧਕ ਤੁਮਰੇ ਨ ਸਮਾਨ। ਤੁਹਾਡੇ ਵਰਗਾ ਤਪ ਸਾਧਨ ਵਾਲਾ ਕੋਈ ਨਹੀਂ। ਪੂਰਨ ਕਰੋ ਕਾਮਨਾ ਤਨ ਕੀ। ਆ ਕਹਿੰਦੇ ਸਾਡੇ ਮਨ ਦੀ ਇੱਛਾ ਤੁਹਾਨੂੰ ਸੱਚਖੰਡ ਤੋਂ ਜੋ ਹੁਕਮ ਆਇਆ ਹੈ ਉਹ ਸੁਣਾਉਣ ਦੀ ਹੈ। ਤੁਹਾਡੀ ਹੁਣ ਤਪ ਤਪੱਸਿਆ ਪੂਰੀ ਹੋ ਗਈ ਹੈ ਤੇ ਤੁਸੀਂ ਅਕਾਲ ਪੁਰਖ ਦੇ ਦਰਬਾਰ ਵਿੱਚ ਸੁਰਖਰੂ ਪ੍ਰਵਾਨ ਹੋਏ ਹੋ। ਪੁਰਸ਼ੋਤਮ ਪਰਮਾਰਥਵਾਨ। हे ਪੁਰਸ਼ੋਤਮ ਜੀ, हे ਪਰਮਾਰਥਵਾਨ ਮਹਾਂਪੁਰਸ਼ੋ, ਤੁਸੀਂ ਆਪਣਾ ਨਿਸ਼ਾਨਾ ਪੂਰਾ ਕਰ ਲਿਆ ਹੈ। ਜਿਹੜੀ ਤਪੱਸਿਆ ਹੁੰਦੀ ਦ્વੈਤ ਦੇ ਇੱਕ ਰੂਪ ਵੈ ਗਏ, ਇਹਦੇ ਵਾਸਤੇ ਹੁੰਦੀ ਵੀ ਦ્વੈਤ ਮਿਟ ਜਾਵੇ। ਤੋਈ ਮੋਈ ਤੋਈ ਅੰਤਰ ਕੈਸਾ। ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤੇਰੇ 'ਚ ਫਰਕ ਨਹੀਂ ਰਿਹਾ ਕੋਈ। ਐਸੀ ਅਭੇਦ ਅਵਸਥਾ ਪ੍ਰਾਪਤ ਕਰ ਲਈ ਹੈ। ਪਰਮੇਸ਼ਰ ਪਰਮਾਤਮ ਪੂਰਨ। ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਪਰਮ ਪੁਰਖ ਆਵਾਹਨ ਕੀਨ। ਉਹਨਾਂ ਨੇ ਤੁਹਾਨੂੰ ਯਾਦ ਕੀਤਾ ਹੈ, ਤੁਹਾਨੂੰ ਬੁਲਾਇਆ ਹੈ। ਕਰੋ ਅਰੂਢਨ ਬਰ ਬਿਮਾਨ ਪਰ। ਕਹਿੰਦੇ ਵਿਮਾਨ ਦੇ ਉੱਤੇ ਬਿਰਾਜਮਾਨ ਹੋਵੋ ਤੇ ਤੁਹਾਨੂੰ ਅਕਾਲ ਪੁਰਖ ਜੀ ਨੇ ਸੱਦਿਆ ਹੈ। ਦਰਸ਼ਨ ਲਿਹੋ ਸਫਲ ਨਿਜ ਚੀਨ। ਚਲੋ ਚੱਲ ਕੇ ਮਹਾਰਾਜ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਦਰਸ਼ਨ ਕਰ ਲਓ, ਆਪਣਾ ਤਪ ਸਫਲਾ ਕਰ ਲਵੋ। ਅਖਿਲ ਲਾਲਸਾ ਪੁਰਬੋ ਆਪਣੀ। ਤੁਹਾਡੀ ਸਾਰੀ ਲਾਲਸਾ ਹੁਣ ਪੂਰੀ ਹੋਣ ਦਾ ਸਮਾਂ ਆ ਗਿਆ ਹੈ। ਤੁਮ ਸਭ ਗਿਆਤਾ ਪਰਮ ਪ੍ਰਵੀਨ। ਤੁਸੀਂ ਪਰਮ ਪ੍ਰਵੀਨ ਹੋ, ਪੂਰਨ ਗਿਆਨੀ ਹੋ, ਬ੍ਰਹਮ ਗਿਆਨੀ ਬਣ ਚੁੱਕੇ ਹੋ। ਤਪ ਤੇ ਸ਼ਾਂਤ ਕਰੋ ਉਰ ਅੰਤਰ। ਆਪਣੇ ਤਪ ਨਾਲ ਆਪਣੇ ਹਿਰਦੇ ਨੂੰ ਸ਼ਾਂਤ ਕਰ ਲਿਆ ਹੈ। ਆਏ ਸਮਾਨੋ ਬਿਲਮ ਬਹੀਨ। ਅਕਾਲ ਪੁਰਖ ਦੀ ਆਗਿਆ ਆਈ ਹੈ, ਹੁਣ ਇਹਨੂੰ ਮੰਨੋ, ਪਰਮੇਸ਼ਰ ਦਾ ਹੁਕਮ ਮੰਨੋ ਤੇ ਉਹਦੇ ਦਰਬਾਰ ਵਿੱਚ ਚੱਲੋ। ਸ੍ਰੀ ਮੁਖ ਪ੍ਰਭ ਅਕਾਲ ਕੀ ਆਗਿਆ। ਸ੍ਰੀ ਮੁਖ ਤੋਂ ਪ੍ਰਭੂ ਅਕਾਲ ਪੁਰਖ ਜੀ ਨੇ ਆਗਿਆ ਦਿੱਤੀ ਹੈ ਵੀ ਦੁਸ਼ਟ ਦਮਨ ਨੂੰ ਮੇਰੇ ਕੋਲ ਲੈ ਕੇ ਆਓ। ਸੁਨਤ ਭਈ ਪੁਲ ਕਾਬਲ ਆਏ। ਜਦੋਂ ਦੁਸ਼ਟ ਦਮਨ ਜੀ ਨੇ ਦੇਵਤਿਆਂ ਦੇ ਮੁਖ ਤੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਸੁਣਿਆ ਨਾ, ਸਾਧ ਸੰਗਤ ਜੀ ਉਸ ਵੇਲੇ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਿਹਾ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ, ਜੋ ਕਹੋ ਮੁਖੋਂ ਸੇਵਕ ਇਹ ਬੈਸੀਐ, ਸੁਖ ਨਾਨਕ ਅੰਤ ਨਾ ਪਾਏ। ਜਦੋਂ ਮਹਾਰਾਜ ਅਕਾਲ ਪੁਰਖ ਜੀ ਤੁਸੀਂ ਕਹੋਗੇ ਜਾਂ ਕਹਿੰਦੇ ਹੋ ਵੀ ਆ ਮੇਰੇ ਸੇਵਕ ਮੇਰੇ ਕੋਲ ਬਹਿ ਜਾ, ਜਦੋਂ ਅਕਾਲ ਪੁਰਖ ਇਹ ਕਹਿੰਦਾ ਹੈ ਇਹ ਮੇਰੇ ਪਿਆਰੇ ਆ ਜਾ, ਆ ਮੇਰੇ ਕੋਲ ਬਹਿ ਜਾ, ਉਸ ਸੁੱਖ ਦਾ ਕੋਈ ਅੰਤ ਨਹੀਂ। ਉਹ ਸੁੱਖ ਕਹਿਣ ਤੋਂ ਬਾਹਰ ਹੈ, ਉਹ ਸੁੱਖ ਦੀ ਕਥਾ ਕਹੀ ਨਹੀਂ ਜਾ ਸਕਦੀ। ਸੋ ਮਹਾਰਾਜ ਅਕਾਲ ਪੁਰਖ ਜੀ ਨੇ ਜਦੋਂ ਬੁਲਾਇਆ ਉਸ ਵੇਲੇ ਸ੍ਰੀ ਦੁਸ਼ਟ ਦਮਨ ਜੀ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ।
ਸਾਰੇ ਹੀ ਸਰੀਰ ਦੇ ਰੋਮ ਖੜੇ ਹੋ ਗਏ। ਔਰ ਆਨੰਦ ਅਸ਼ਰੂ ਭਰ ਆਏ। ਕਹਿੰਦੇ ਮਨ ਆਨੰਦ ਨਾਲ ਭਰ ਗਿਆ ਤੇ ਖੁਸ਼ੀ ਦੇ ਹੰਝੂ ਅੱਖਾਂ ਵਿੱਚ ਆ ਗਏ। ਪ੍ਰੇਮ ਵਿਖਿਆ ਗਦ ਗਦ ਬਚ ਗਾਏ। ਤੇ ਪਿਆਰ ਦੇ ਵਿੱਚ ਗਲਾ ਭਰ ਗਿਆ ਤੇ ਭਰੇ ਹੋਏ ਗਲੇ ਨਾਲ ਹੀ ਬਚਨ ਕੀਤੇ। ਕ੍ਰਿਸਟਨ ਜੁਸ਼ਟ ਪੁਸ਼ਟ ਰਿਸ਼ਟੇ ਹਤ। ਜਿਹੜਾ ਸਰੀਰ ਸੁੱਕ ਕੇ ਪਿੰਜਰ ਬਣ ਗਿਆ ਸੀ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾਂ ਕਾਗ। ਉਹ ਸਰੀਰ ਜਿਹੜਾ ਹੱਡੀਆਂ ਦੀ ਮੁੱਠੀ ਰਹਿ ਗਿਆ ਸੀ, ਇੱਕਦਮ ਨਵਾਂ ਨਰੋਆ ਹੋ ਗਿਆ। ਜਦੋਂ ਅਕਾਲ ਪੁਰਖ ਦਾ ਹੁਕਮ ਆਇਆ ਨਾ, ਤੇ ਉਹ ਸਰੀਰ ਦੇ ਵਿੱਚ ਜਾਨ ਆ ਗਈ। ਇਸ ਸਰੀਰ ਜਿਵੇਂ ਬਿਲਕੁਲ ਨਵੇਂ ਨੌਜਵਾਨ ਹੁੰਦੇ ਹਨ, ਏਦਾਂ ਦੇ ਬਣ ਗਏ। ਸਿੱਖਿਅਨ ਕੋ ਸੁਭਤਾ ਦਰਸਾਈ। ਕਹਿੰਦੇ ਆਪਣੇ ਖਾਲਸੇ ਨੂੰ, ਆਪਣੇ ਭਗਤਾਂ ਨੂੰ, ਆਪਣੇ ਸਿੱਖਾਂ ਨੂੰ ਸ਼ੁਭ ਲੱਛਣ ਦਿਖਾ ਰਹੇ ਨੇ ਪ੍ਰਗਟ ਹੋਣ ਦੇ। ਆਸਵਾਸਨ ਕਰ ਸਭਿਹਨ ਕੇਰਾ। ਆਪਣੇ ਸੇਵਕਾਂ ਨੂੰ ਸਾਰਿਆਂ ਨੂੰ ਕਿਹਾ, ਭਾਈ ਤੁਸੀਂ ਇੱਥੇ ਬਹਿ ਕੇ ਹੁਣ ਥੋੜਾ ਸਮਾਂ ਉਡੀਕ ਕਰੋ, ਮੈਂ ਅਕਾਲ ਪੁਰਖ ਦੇ ਦਰ ਤੇ ਜਾ ਕੇ ਉੱਥੋਂ ਹੁਕਮ ਲੈ ਕੇ ਆਵਾਂਗਾ। ਜੋ ਹੁਕਮ ਆਵੇਗਾ ਉਹ ਤੁਹਾਨੂੰ ਦੱਸਾਂਗਾ। ਮ੍ਰਿਦੁਲ ਸੁਖਦ ਕਹਿ ਸ੍ਰੀ ਸੁਨਾਈ। ਸਾਰਿਆਂ ਨੂੰ ਕਿਹਾ ਵੀ ਸੁਖ ਨਾਲ ਮੈਂ ਛੇਤੀ ਆ ਕੇ ਮਹਾਰਾਜ ਪਰਮੇਸ਼ਰ ਦਾ ਹੁਕਮ ਤੁਹਾਨੂੰ ਸੁਣਾਵਾਂਗਾ, ਤੇ ਫਿਰ ਜੋ ਹੁਕਮ ਹੋਏਗਾ ਆਪਾਂ ਸਾਰੇ ਉਹਦੇ ਤੇ ਪਹਿਰਾ ਦੇਾਂਗੇ। ਕਰੀ ਅਕਾਲ ਪੁਰਖ ਦਿਸ ਬੰਧਨ। ਇਸ ਤਰ੍ਹਾਂ ਕਹਿ ਕੇ ਦੁਸ਼ਟ ਦਮਨ ਜੀ ਨੇ ਦੋਵੇਂ ਹੱਥ ਜੋੜੇ ਤੇ ਅਕਾਲ ਪੁਰਖ ਵੱਲ ਨਮਸਕਾਰ ਕੀਤੀ। ਪਹੁੰਚੇ ਪੁਨः ਸਮੀਪ ਬਿਮਾਨ। ਤੇ ਫਿਰ ਆਪਣੇ ਤਪ ਸਥਾਨ ਤੋਂ ਪੈਰ ਪੁੱਟਿਆ, ਤੁਰ ਪਏ ਹਨ। ਹੇਮਕੁੰਡ ਸਾਹਿਬ ਤੋਂ ਤੁਰ ਕੇ ਉਸ ਵਿਮਾਨ ਦੇ ਕੋਲ, ਉਸ ਜਹਾਜ਼ ਦੇ ਕੋਲ ਪਹੁੰਚੇ ਹਨ। ਚਾਲਰ ਮੁਕਤਾ ਲਰਕਤ ਚੌਦਿਸ। ਜਿਹਦੇ ਆਲੇ ਦੁਆਲੇ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਹਨ। ਬੀਚ ਬੈਠਕਾ ਬਣੀ ਮਹਾਨ। ਤੇ ਉਹਦੇ ਵਿਚਕਾਰ ਬੜੀ ਸੋਹਣੀ ਗੱਦੀ ਲੱਗੀ ਹੋਈ ਹੈ। ਬਹੁਤ ਮਹਾਨ ਸੁੰਦਰ ਬੈਠਣ ਦਾ ਸਥਾਨ ਬਣਿਆ ਹੋਇਆ ਹੈ। ਤੀਨ ਪ੍ਰਦਰਸ਼ਨ ਦੀਨਸ ਫਿਰ ਕਰ। ਕਹਿੰਦੇ 3 ਪਰਿਕਰਮਾ ਉਸ ਆਸਣ ਦੀਆਂ ਕੀਤੀਆਂ ਹਨ। ਨਮਰੀ ਹੋਏ ਅਰੁਡੇ ਜਾਨ। ਤੇ ਬੜੀ ਨਿਮਰਤਾ ਨਾਲ ਅਕਾਲ ਪੁਰਖ ਦਾ ਆਸਣ ਸੀ ਨਾ, ਉਹਦਾ ਸਤਿਕਾਰ ਕਰਨਾ ਸੀ। ਵੱਡਿਆਂ ਦੇ ਆਸਣ ਤੇ ਬਹਿਣਾ ਹੋਵੇ ਤੇ ਉਹਦਾ ਸਤਿਕਾਰ ਕਰਕੇ ਬੈਠੀਦਾ। ਤੋ ਮਹਾਰਾਜ ਅਕਾਲ ਪੁਰਖ ਦੇ ਆਸਣ ਤੇ ਬੈਠਣ ਲੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਸ਼ਟ ਦਮਨ ਜੀ। ਪਹਿਲਾਂ ਉਹਨੂੰ ਨਮਸਕਾਰ ਕੀਤੀ, ਫਿਰ ਉਸ ਜਹਾਜ਼ ਦੇ ਵਿੱਚ ਬੈਠੇ ਜਿਹੜਾ ਅਕਾਲ ਪੁਰਖ ਦਾ ਆਪਣਾ ਜਹਾਜ਼ ਹੈ। ਇਹ ਹੁਣ ਬਾਹਰੋਂ ਤੇ ਗੱਲ ਸਮਝਾ ਰਹੀ ਹੋਰ ਜਾ ਰਹੀ ਹੈ, ਅੰਦਰੋਂ ਗੱਲ ਕੁਝ ਹੋਰ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਉਸ ਜਹਾਜ਼ ਦੇ ਉੱਤੇ ਬੈਠ ਗਏ ਹਨ। ਪਰਮ ਗੁਰੂ ਮਹਿ ਮਨ ਕੋ ਕੀਨਸ। ਪਰਮ ਗੁਰੂ ਜਿਹੜਾ ਸਾਰਿਆਂ ਦਾ ਗੁਰੂਆਂ ਦਾ ਗੁਰੂ ਹੈ, ਗੁਰ ਗੁਰ ਏਕੋ। ਗੁਰੂਆਂ ਦਾ ਗੁਰੂ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੋਤੀ ਸਰੂਪ। ਆਪਣਾ ਮਨ ਉਹਦੇ ਚ ਲੀਨ ਕਰ ਲਿਆ। ਗਮਨ ਚਾਹਿਓ ਦਰਸ਼ਨ ਇਚ ਠਾਨ। ਤੇ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਦੇ ਲਈ ਉਡਾਰੀ ਭਰ ਲਈ ਹੈ ਜਹਾਜ਼ ਨੇ। ਦੋਹਰਾ ਕਰਿਓ ਗਮਨ ਕੇ ਮੁੰਜਬੈ। ਜਦੋਂ ਮੁਨੀ ਮਹਾਰਾਜ ਸ੍ਰੀ ਦੁਸ਼ਟ ਦਮਨ ਜੀ ਦਾ ਜਹਾਜ਼ ਗਮਨ ਕੀਤਾ, ਆਕਾਸ਼ ਵੱਲ ਉਡਾਰੀ ਮਾਰੀ ਹੈ। ਬੇਗ ਵਿਸਾਲ ਬਿਮਾਨ। ਉਹ ਬੜੀ ਰਫ਼ਤਾਰ ਵਾਲਾ ਹੈ। ਉਹਦੀ ਰਫ਼ਤਾਰ ਕਿੰਨੀ ਹੈ ਵੀ ਮਨ ਨਾਲੋਂ ਵੀ ਜ਼ਿਆਦਾ ਹੈ। ਮਨ ਵੀ ਇੰਨੀ ਤੇਜ਼ ਨਾਲ ਦੌੜ ਨਹੀਂ ਸਕਦਾ। ਦੁਨੀਆ ਦੇ ਸਭ ਤੋਂ ਤੇਜ਼ ਤਾਂ ਮਨ ਹੀ ਦੌੜਨ ਵਾਲਾ ਹੈ ਨਾ। ਹਵਾ ਨਾਲੋਂ ਤੇਜ਼ ਮਨ ਹੈ, ਤੇ ਮਨ ਨਾਲੋਂ ਤੇਜ਼ ਦੁਸ਼ਟ ਦਮਨ ਜੀ ਦਾ ਉਹ ਜਹਾਜ਼ ਹੈ। ਕਹਿੰਦੇ ਮਨ ਦੇ ਵੇਗ ਨਾਲ ਉੱਡਿਆ ਹੈ। ਤੂਰਨ ਹੀ ਉਰਦ ਉਠਿਓ। ਬੜੀ ਛੇਤੀ ਨਾਲ ਉੱਪਰ ਨੂੰ ਉੱਠਿਆ ਹੈ। ਚਲਿਓ ਜਾਤ ਜਿਮ ਭਾਨ। ਇਉਂ ਤੁਰਿਆ ਜਾਂਦਾ ਜਿਵੇਂ ਸੂਰਜ ਜਾ ਰਿਹਾ ਹੋਵੇ, ਚਮਕਾ ਮਾਰਦਾ, ਲਿਸ਼ਕਾਰੇ ਮਾਰਦਾ ਜਹਾਜ਼। ਸਵਈਆ ਛੰਦ ਬੇਗ ਬਿਮਾਨ ਸਮਾਨ ਜੋ ਮਨ ਕੇ। ਕਹਿੰਦੇ ਜੋ ਹਵਾ ਦੀ ਤਰ੍ਹਾਂ ਤੇਜ਼ ਉੱਡਣ ਵਾਲਾ, ਹਵਾ ਨਾਲੋਂ ਤੇਜ਼ ਮਨ ਦੀ ਤਰ੍ਹਾਂ ਉੱਡਣ ਵਾਲਾ ਜਹਾਜ਼ ਹੈ। ਨਿਮਕ ਵਿਖਿਆ ਪਹੁੰਚਿਓ ਦਰਬਾਰ। ਇੱਕ ਨਿਮਕ ਦੇ ਵਿੱਚ ਅੱਖ ਫਰਕਣ ਦਾ ਟਾਈਮ ਲੱਗਾ। ਜਿੰਨੇ ਚਿਰ ਚ ਅੱਖ ਫਰਕਦੀ ਹੈ, ਐਨੇ ਚਿਰ ਜਹਾਜ਼ ਉੱਥੇ ਪਹੁੰਚ ਗਿਆ ਅਕਾਲ ਪੁਰਖ ਦੇ ਦਰਬਾਰ ਚ। ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਕਾਸ਼ੀ। ਮਨ ਵਿਚਾਰ ਦੇਖ ਬ੍ਰਹਮ ਗਿਆਨੀ। ਕੌਣ ਗਿਰਹੀ ਕੌਣ ਉਦਾਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਨੂੰ ਬੜੇ ਬਰੀਕ ਅੱਖਰਾਂ 'ਚ ਲਿਖ ਦਿੱਤਾ ਗਿਆ ਵੀ ਇਹ ਸੁਰਤੀ ਦਾ ਪੈਂਡਾ ਹੈ। ਇੱਕਦਮ ਉਡਾਰੀ ਮਾਰ ਕੇ ਉੱਥੇ ਪਹੁੰਚ ਗਏ ਨੇ ਜਿੱਥੇ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ।
ਜਿੱਥੇ ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਸਜਿਆ ਹੋਇਆ ਹੈ। ਛੜੀਦਾਰ ਦਰਸ਼ਨ ਪ੍ਰੈ ਠਾਂਡੇ, ਜਿਸ ਦੇ ਦਰਬਾਰ ਵਿੱਚ ਬੜੇ ਬੜੇ ਸੁੰਦਰ ਰੂਪ ਵਾਲੇ, ਬੜੇ ਬੜੇ ਯੋਧੇ, ਬੜੇ ਬੜੇ ਭਗਤ ਸੰਤ ਚੋਭਾ ਫਾੜ ਕੇ ਖੜੇ ਹਨ ਉਹਦੇ ਦਰਬਾਰ। ਜਿੱਤਦਾਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼। ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਭਾਈ ਬੰਨੋ ਸਾਹਿਬ ਵਾਲੀ ਪੀੜ ਦੇ ਵਿੱਚ, ਕਹਿੰਦੇ ਉਹ ਦਰਬਾਰ ਜਿਹਦੇ ਦਰਬਾਰ 'ਚ ਲੱਖਾਂ ਹੀ ਮੁਹੰਮਦ ਸਾਹਿਬ ਖੜੇ ਆ। ਇੱਕ ਮੁਹੰਮਦ ਸਾਹਿਬ ਨਹੀਂ, ਲੱਖਾਂ ਹੀ ਉੱਥੇ ਜੀਸਸ ਖੜੇ ਆ, ਲੱਖਾਂ ਹੀ ਉੱਥੇ ਬ੍ਰਹਮਾ ਖੜੇ ਆ, ਲੱਖਾਂ ਹੀ ਉੱਥੇ ਵਿਸ਼ਨੂੰ ਖੜੇ ਆ। ਜਿੱਤਦਾਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ਼। ਉਹ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਪਿਤੇ, ਰਾਵ ਸਸ ਕਰੋੜ ਜਲੇ। ਲੱਖਾਂ ਹੀ ਸੂਰਜ ਚੜੇ ਨੇ, ਲੱਖਾਂ ਹੀ ਉਥੇ ਚੰਦ ਚੜੇ ਨੇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਕੇਤੇ। ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼ ਕੇਤੇ। ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ, ਕੇਤੀਆ ਬਾਣੀ। ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ। ਕੇਤੇ ਨਾਨਕ ਅੰਤ ਨਾ ਅੰਤ। ਉਹ ਜਿਹੜਾ ਸੱਚਖੰਡ ਦਰਬਾਰ ਹੈ, ਉਹਦੀ ਮਹਿਮਾ ਕਹਿਣ ਤੋਂ ਬਾਹਰੀ ਹੈ, ਕਹਿ ਤੇ ਕੋਈ ਸਕਦਾ ਹੀ ਨਹੀਂ। ਤਾਂ ਕਵੀ ਜੀ ਕਹਿੰਦੇ ਬੜੇ ਬੜੇ ਮਹਾਨ, ਬੜੇ ਬੜੇ ਤਪਸਵੀ, ਬੜੇ ਬੜੇ ਦੇਵਤੇ ਉੱਥੇ ਖੜੇ ਹਨ। ਚੋਭਾ ਫੜ ਕੇ ਵਾਹਿਗੁਰੂ ਦੇ ਦਰਬਾਰ ਵਿੱਚ ਅਰਦਲੀ ਬਣ ਕੇ ਖੜੇ ਨੇ, ਸੇਵਾਦਾਰ ਬਣ ਕੇ ਖੜੇ ਨੇ। ਸਿੰਘ ਪੌਰ ਜਨ ਰਜਤ ਪਹਾੜ, ਕਹਿੰਦੇ ਜਿਹੜਾ ਸਿੰਘ ਪੌਰ ਹੈ, ਸਿੰਘ ਪੌਰ ਕਹਿੰਦੇ ਨੇ ਮੇਨ ਗੇਟ ਨੂੰ, ਜਿਹਦੇ ਤੇ 2 ਫੁੱਟ ਸ਼ੇਰ ਦੀਆਂ ਬਣੀਆਂ ਹੁੰਦੀਆਂ, ਸੱਜੇ ਖੱਬੇ ਸ਼ੇਰਾਂ ਦੀਆਂ ਮੂਰਤੀਆਂ ਨਹੀਂ ਬਣੀਆਂ ਹੁੰਦੀਆਂ, ਉਹਨੂੰ ਸਿੰਘ ਪੌਰ ਕਹਿੰਦੇ ਨੇ। ਕਹਿੰਦੇ ਸਿੰਘ ਪੌਰ ਬਹੁਤ ਵੱਡਾ ਸੀ, ਮਾਨੋ ਚਾਂਦੀ ਦਾ ਪਹਾੜ ਹੋਵੇ। ਐਡਾ ਵੱਡਾ ਦਰਵਾਜ਼ਾ, ਪਹਾੜ ਵਰਗਾ ਉੱਚਾ, ਜਿਵੇਂ ਚਾਂਦੀ ਲਿਸ਼ਕਦੀ ਹੈ ਇਉਂ ਲਿਸ਼ਕਦਾ ਹੈ। ਸੂਰਜ ਸੰਸਰ ਮਹਿਦ ਪ੍ਰਕਾਸ਼ਕ, ਸੂਰਜ ਵਰਗੀ ਉੱਥੇ ਰੋਸ਼ਨੀ ਹੈ। ਕਹਿੰਦੇ ਜਿਵੇਂ ਸੂਰਜ ਦੇ ਨਾਲ ਅੱਖਾਂ ਨਹੀਂ ਮਿਲਾਈਆਂ ਜਾਂਦੀਆਂ, ਵਾਹਿਗੁਰੂ ਦੇ ਦਰਵਾਜ਼ੇ ਵੱਲ ਵੇਖਿਆ ਨਹੀਂ ਜਾਂਦਾ, ਅੱਖਾਂ ਝੁਲਿਆ ਜਾਂਦੀਆਂ ਨੇ। ਉੱਥੇ ਕਰੋੜਾਂ ਹੀ ਸੂਰਜ ਚੜੇ ਨੇ, ਇੱਕ ਸੂਰਜ ਥੋੜਾ। ਹਾਂਜੀ, ਕਉ ਸਮਰੱਥ ਕੋ ਕਰੈ ਉਚਾਰ। ਕਵੀ ਜੀ ਕਹਿੰਦੇ ਕਿਹੜਾ ਕਵੀ ਹੈ ਜਿਹੜਾ ਉਹਦੀ ਮਹਿਮਾ ਦੱਸ ਸਕੇ। ਉਸ ਦਰਬਾਰ ਦੀ ਮਹਿਮਾ ਨਹੀਂ ਕੋਈ ਕਹਿ ਸਕਦਾ। ਐਸਾ ਕੋਈ ਕਵੀ ਨਹੀਂ, ਐਸਾ ਕੋਈ ਵਿਦਵਾਨ ਨਹੀਂ, ਐਸਾ ਕੋਈ ਕਥਾਵਾਚਕ ਨਹੀਂ ਜਿਹੜਾ ਉਸ ਦਰਬਾਰ ਦੀ ਕਥਾ ਕਰ ਸਕੇ। ਕਹੀ ਨਹੀਂ ਜਾ ਸਕਦੀ। ਮੇਰੇ ਲਾਲਨ ਕੀ ਸੋਭਾ, ਸਦ ਨਮਤਨ ਮਨ ਰੰਗੀ ਸੋਭਾ। ਬ੍ਰਹਮ ਮਹੇਸ਼ ਸਿੱਧ ਮਨ ਇੰਦਰਾ, ਭਗਤ ਦਾਨ ਜਸ ਮੰਗੀ। ਜੋਗ ਧਿਆਨ ਗਿਆਨ ਸੇਖ ਨਾਗੈ, ਸਗਲ ਜਪਹਿ ਤਰੰਗੀ। ਕਉ ਨਾਨਕ ਸੰਤਨ ਬਲਿਹਾਰੇ, ਜੋ ਪ੍ਰਭ ਕੇ ਸਤ ਸੰਗੀ। ਉਸ ਦਰਬਾਰ ਦੀ ਮਹਿਮਾ ਕਥਨ ਤੋਂ ਬਾਹਰੀ ਹੈ। ਕਹਿੰਦੇ ਉਤਰ ਖੜੇ ਤਬ ਦਰਸੇ, ਉਹਦੇ ਸਾਹਮਣੇ ਵਿਮਾਨ ਖੜਿਆ, ਵਿਮਾਨ ਚੋਂ ਦੁਸ਼ਟ ਦਮਨ ਜੀ ਉਤਰੇ, ਅਕਾਲ ਪੁਰਖ ਦੇ ਦਰਬਾਰ ਦੇ ਦਰਸ਼ਨ ਕੀਤੇ। ਮੁਖ ਮੰਡਲ ਜਨ ਚੰਦ ਉਦਾਰ, ਸ੍ਰੀ ਦੁਸ਼ਟ ਦਮਨ ਜੀ ਦਾ ਸੁੰਦਰ ਮੁਖੜਾ ਇਉਂ ਸੀ ਜਿਵੇਂ ਚੰਦਰਮਾ ਪੂਰਨਮਾਸ਼ੀ 14ਵੀਂ ਦਾ ਚੰਨ ਚੜਿਆ ਹੁੰਦਾ ਹੈ। ਸੁੰਦਰ ਦਰਸ਼ਨ ਮੰਦਰ ਦਰ ਪਰ, ਕਹਿੰਦੇ ਉਸ ਅਕਾਲ ਪੁਰਖ ਦੇ ਦਰਵਾਜ਼ੇ ਦੇ ਦਰਸ਼ਨ ਕੀਤੇ। ਸੋਹਣੇ ਮੰਦਰਾਂ ਦੇ, ਮਹਿਲਾਂ ਦੇ ਸੂਖ ਮਹਿਲ ਜਾਂਕੇ ਊਚ ਦੁਆਰੇ। ਪੰਜਵੇਂ ਪਾਤਸ਼ਾਹ ਨੇ ਲਿਖਿਆ, ਗੁਰੂ ਅਰਜਨ ਦੇਵ ਜੀ ਦਾ ਬਚਨ, ਸੂਖ ਮਹਿਲ ਜਾਂਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਉਸ ਦਰਬਾਰ ਦੇ ਜਦੋਂ ਦਰਸ਼ਨ ਕੀਤੇ, ਮੰਦ ਹਾਸ ਅੰਮ੍ਰਿਤ ਸਵਰ ਮਦ ਪਾਈ। ਕਹਿੰਦੇ ਚਿਹਰੇ ਤੇ ਬੜੀ ਮਿੱਠੀ ਮਿੱਠੀ ਸੋਹਣੀ ਸੋਹਣੀ ਮੁਸਕਾਨ ਆ ਗਈ ਤੇ ਮਿੱਠੇ ਬੁੱਲ ਫਰਕੇ ਹਨ। ਵਾਹਿਗੁਰੂ ਤੂੰ ਬੇਅੰਤ ਹੈ, ਤੂੰ ਬੜਾ ਅਚਰਜ ਹੈ। ਉਹ ਬਿਸਮਾਦ ਬਿਸਮਾਦ ਹੀ ਹੋ ਗਿਆ। ਜਿਵੇਂ ਆਉਂਦਾ ਨਾ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ। ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ। ਗਤ ਮੈਂ ਨਾ ਗਤ ਹੈ। ਅਕਾਲ ਪੁਰਖ ਦੇ ਦਰਬਾਰ ਦੇ ਦਰਸ਼ਨ ਕਰਕੇ ਸ੍ਰੀ ਦੁਸ਼ਟ ਦਮਨ ਜੀ ਬਿਸਮਾਦੀ ਰੰਗ ਵਿੱਚ ਰੰਗੇ ਗਏ। ਸਾਦਰ ਅਗਰ ਲੈਣ ਕੋ ਆਏ, ਕਹਿੰਦੇ ਅੱਗੋਂ ਦੇਵਤੇ ਸਤਿਕਾਰ ਨਾਲ ਲੈਣ ਵਾਸਤੇ, ਇੱਜ਼ਤ ਨਾਲ ਮਹਾਰਾਜ ਨੂੰ ਜੀ ਆਇਆਂ ਕਹਿਣ ਲਈ ਆਏ ਹਨ। ਮਿਲੇ ਸੰਗ ਲੈ ਚਲੇ ਲਵਾਈ। ਵੱਡੇ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ, ਇੰਦਰ ਵਰਗੇ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਆਓ ਮਹਾਰਾਜ ਜੀ, ਜੀ ਆਇਆਂ ਨੂੰ। ਅਕਾਲ ਪੁਰਖ ਦੇ ਦਰਬਾਰ ਵਿੱਚ ਚਲੋ,
ਮਹਾਰਾਜ ਨਾਲ ਮੁਲਾਕਾਤ ਕਰੋ। ਗਏ ਪ੍ਰਭੂ ਕੇ ਦਰਸ਼ਨ ਕਰਕੇ। ਦੁਸ਼ਟ ਦਮਨ ਜੀ ਆਪਣੇ ਜਹਾਜ਼ ਤੋਂ ਉਤਰ ਕੇ, ਵਿਮਾਨ ਤੋਂ ਉਤਰ ਕੇ ਜਦੋਂ ਪ੍ਰਭੂ ਦੇ ਦਰਬਾਰ ਵਿੱਚ ਵੜੇ ਤੇ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਹੋਏ। ਕਰੀ ਦੰਡਵਤ ਪ੍ਰੇਮ ਵਧਾਈ। ਤੇ ਉਸ ਪਰਮੇਸ਼ਰ ਨੂੰ ਫਿਰ ਨਾ ਬੜੇ ਪ੍ਰੇਮ ਨਾਲ ਡੰਡੇ ਦੀ ਤਰ੍ਹਾਂ ਲੰਮਿਆਂ ਪੈ ਕੇ ਮੱਥਾ ਟੇਕਿਆ। ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਕਾਲ ਪੁਰਖ ਦੇ ਚਰਨਾਂ 'ਚ ਸ੍ਰੀ ਦੁਸ਼ਟ ਦਮਨ ਜੀ ਨੇ ਜਦੋਂ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ, ਕੁਟ ਲੋਚਨ ਤੇ ਰੂਪ ਅਮੀਨਿਦ। ਆਪਣੇ ਨੇਤਰਾਂ ਦੇ ਡੋਲਿਆਂ ਨਾਲ ਅਕਾਲ ਪੁਰਖ ਦੇ ਦਰਸ਼ਨਾਂ ਦਾ ਅੰਮ੍ਰਿਤ ਪੀ ਰਹੇ ਹਨ। ਦਰਸ਼ਨ ਕਰਕੇ ਨਿਹਾਲ 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 ਹੋ ਗਏ ਨੇ। ਭਈ ਗਲਤਾਨ ਹਾਲ ਨਿਹਾਲ 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 ਨਿਹਾਲ। ਐਸੀ ਅਵਸਥਾ ਬਣ ਗਈ ਹੈ। ਪਾਨ ਕਰਤ ਬੋ ਨ ਤ੍ਰਿਪਤਾਈ। ਮਹਾਰਾਜ ਦੇ ਦਰਸ਼ਨ ਦਾ ਅੰਮ੍ਰਿਤ ਅੱਖਾਂ ਨਾਲ ਪੀ ਰਹੇ ਨੇ, ਪੀ ਰਹੇ ਨੇ, ਪੀ ਵੀ ਜਾਂਦੇ ਨੇ, ਪੀ ਪੀ ਕੇ ਰਜਦੇ ਹੀ ਨਹੀਂ। ਹਾਥ ਬੰਦ ਪੁਨ ਬੰਧਨ ਧਾਰੀ। ਹੱਥ ਜੋੜ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਆਂਡੇ ਪਏ ਨਿਮਰਤਾ ਸਾਥ। ਤੇ ਬੜੀ ਨਿਮਰਤਾ ਨਾਲ ਪਿਆਰ ਭਿੱਜੇ ਸ੍ਰੀ ਦੁਸ਼ਟ ਦਮਨ ਜੀ ਅਕਾਲ ਪੁਰਖ ਦੇ ਚਰਨਾਂ 'ਚ ਖਲੋ ਗਏ ਨੇ। ਕਹੇ ਨਾਮ ਜੋ ਬੀਚ ਜਾਪ ਜੀ। ਜਿਹੜੇ ਨਾਮ ਅਕਾਲ ਪੁਰਖ ਦੇ ਸ੍ਰੀ ਜਾਪ ਸਾਹਿਬ ਦੇ ਵਿੱਚ ਮਹਾਰਾਜ ਨੇ ਲਿਖੇ ਨੇ, ਉਹ ਨਾਮ ਉੱਥੇ ਅਕਾਲ ਪੁਰਖ ਦੇ ਦਰਬਾਰ ਵਿੱਚ ਉਚਾਰਨ ਕਰਦੇ ਨੇ। ਹਾਂਜੀ, ਵਰਣਨ ਕਰੇ ਸਤੁਤ ਕੀ ਗਾਥ। ਉਹ ਵਾਹਿਗੁਰੂ ਦੀ ਸਤੁਤੀ ਕਰਦੇ ਨੇ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ, ਨੇਤ ਨੇਤ ਬੰਤਨ ਕਹਿਤ, ਤੋ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਇਹ ਸਾਰਾ ਜਾਪ ਸਾਹਿਬ ਦਾ ਜਿਹੜਾ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੀ ਦੱਸਿਆ, ਉਹਨੂੰ ਨਮਸਕਾਰਾਂ ਕੀਤੀਆਂ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਸਾਰਾ ਉਹ ਅਕਾਲ ਪੁਰਖ ਦੇ ਵਿਰਾਟ ਰੂਪ ਦਾ ਵੀ ਨਮੋ ਜੁਧ ਜੁਧੇ, ਜੁਧ ਰੂਪ ਵੀ ਤੂੰ ਹੀ ਹੈ। ਨਮੋ ਸ਼ਾਂਤ ਰੂਪੇ, ਸ਼ਾਂਤੀ ਵੀ ਤੂੰ ਹੀ ਹੈ। ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਲੜਾਈ ਕਰਨ ਵਾਲਾ ਵੀ ਤੂੰ ਹੈ ਤੇ ਸ਼ਾਂਤੀ ਵਰਤਾਉਣ ਵਾਲਾ ਵੀ ਤੂੰ ਹੈ। ਹਨੇਰਾ ਵੀ ਆਪ ਤੂੰ ਹੈ ਤੇ ਪ੍ਰਕਾਸ਼ ਵੀ ਆਪ ਤੂੰ ਹੈ। ਨਮੋ ਅੰਧਕਾਰੇ, ਹਨੇਰਾ ਵੀ ਤੂੰ ਹੈ ਤੇ ਨਮੋ ਤੇਜ ਤੇਜ ਪ੍ਰਕਾਸ਼ ਵੀ ਤੂੰ ਹੈ। ਐਸਾ ਉਸ ਵਾਹਿਗੁਰੂ ਦਾ ਵਿਰਾਟ ਰੂਪ ਹੈ ਜੋ ਜਾਪ ਸਾਹਿਬ ਵਿੱਚ ਵਰਣਨ ਕੀਤਾ ਹੈ। ਕਹਿ ਕਰ ਮੁਖ ਤੇ ਨਮੈ ਨਮੈ ਪ੍ਰਭ। ਉਹ ਸਾਰਾ ਅਕਾਲ ਪੁਰਖ ਦੇ ਦਰਬਾਰ ਵਿੱਚ ਮਹਾਰਾਜ ਦੁਸ਼ਟ ਦਮਨ ਜੀ ਨੇ ਉਸ ਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਮਹਾਰਾਜ ਸਾਹਿਬ ਜੀ ਲਿਖਦੇ ਨੇ, ਅਗਸਤ ਆਦ ਜੇ ਬੜੇ ਤਪਸਤਪੀ ਬੇਖ ਸੇਖੀਐ, ਬੇਅੰਤ 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 ਕੋ ਕਰੰਤ ਪਾਠ ਵੇਖੀਐ। ਇਹ ਵਾਹਿਗੁਰੂ ਤੂੰ ਹਰ ਜਗ੍ਹਾ ਤੇ ਵਿਆਪਕ, ਜਲਸ ਤੂੰ ਹੀ, ਥਲਸ ਤੂੰ ਹੀ, ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ। ਕਤਹੂ ਸੁਚੇਤ ਹੋਏਗਾ ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏਗਾ ਸੋਵਤ ਅਚੇਤੋ। ਕਿਤੇ ਇਤਨੀ ਸੁੰਦਰਤਾ ਚੇਤਨਾ ਨੂੰ ਲਾਈ ਆ ਵੀ ਕੰਪਿਊਟਰ ਬਣਾਤੇ, ਸਾਇੰਸ ਦੀਆਂ ਕਾਢਾਂ ਕੱਢਤੀਆਂ, ਹਵਾਈ ਜਹਾਜ਼ ਬਣਾਤੇ, ਰੇਲਾਂ ਬਣਾਤੀਆਂ, ਕਿੱਡੀ ਸਾਇੰਸ ਪ੍ਰਗਟ ਕਰਤੀ। ਤੇ ਕਿਤੇ ਘੂਕ ਨੀਂਦ ਸੁੱਤਾ ਰਹਿਣਾ, ਕੁੰਭਕਰਨ ਦੀ ਤਰ੍ਹਾਂ ਦੋਵੇਂ ਜਗ੍ਹਾ ਤੇ ਆਪ ਬੈਠਾ। ਕਤਹੂ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਕਿਤੇ ਭਿਖਾਰੀ ਬਣ ਕੇ ਭੀਖ ਮੰਗਦਾ ਹੈ ਤੇ ਕਿਤੇ ਮਹਾਦਾਨੀ ਬਣ ਕੇ ਲੰਗਰ ਲਾਏ ਹੋਏ ਨੇ। ਤੇਰੀ ਲੀਲਾ ਨਿਆਰੀ ਹੈ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਇਸ ਤਰ੍ਹਾਂ ਮਹਾਰਾਜ ਦੁਸ਼ਟ ਦਮਨ ਜੀ ਅਕਾਲ ਪੁਰਖ ਦੇ ਦਰਬਾਰ 'ਚ ਉਹਦੀ ਉਸਤਤ ਕਰਨ ਲੱਗੇ ਹਨ। ਬਾਰੰਬਾਰ ਨਿਵਾਇ ਹੁਮਾਥ, ਬਾਰ-ਬਾਰ ਸਿਰ ਝੁਕਾਉਂਦੇ ਮਹਾਰਾਜ ਪਰਮੇਸ਼ਰ ਜੀ ਦੇ ਚਰਨਾਂ ਵਿੱਚ। ਸਰਬ ਜੋਤ ਕੀ ਜੋਤ ਰੂਪ ਤੁਮ, ਸਰਬ ਜੋਤ ਕੀ ਜੋਤ, ਜਿੰਨੀਆਂ ਜੋਤਾਂ ਸੰਸਾਰ ਦੇ ਵਿੱਚ ਨੇ ਨਾ, ਉਹਨਾਂ ਦੀ ਪਰਮ ਜੋਤ, ਮੂਲ ਜੋਤ ਤੂੰ ਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋਤਾਂ ਵਿੱਚੋਂ ਜੋਤ ਉਹ ਹੈ, ਪਰਮ ਜੋਤ ਹੈ। ਚੰਦ ਵਿੱਚ ਵੀ ਉਹੀ ਜੋਤ ਹੈ, ਸੂਰਜ ਵਿੱਚ ਵੀ ਉਹੀ ਜੋਤ ਹੈ, ਤਾਰਿਆਂ ਵਿੱਚ ਵੀ ਉਹੀ ਜੋਤ ਹੈ, ਹਵਾ ਪਾਣੀ ਅੱਗ ਧਰਤੀ ਆਕਾਸ਼ ਵਿੱਚ ਉਹ ਜੋਤ ਹੈ।
ਕੀੜੀ ਵਿੱਚੋਂ ਜੋਤ ਹੈ, ਹਾਥੀ ਚੋਂ ਜੋਤ ਹੈ, ਮੱਛਰ ਚੋਂ ਜੋਤ ਹੈ, ਗਰੜ ਚੋਂ ਜੋਤ ਹੈ, ਇਸਤਰੀ 'ਚ ਜੋਤ ਹੈ, ਪੁਰਸ਼ 'ਚ ਜੋਤ ਹੈ। ਉਹ ਜੋਤ ਸਭ ਜਗ੍ਹਾ ਤੇ ਜਾਂ ਕੀ ਕਲਾ ਵਰਤੈ ਨਭ ਮੈਲ, ਜਾਂ ਕੀ ਕਲਾ ਸਭ ਰੂਪਨ ਮੈਂ। ਸਾਰੇ ਰੂਪਾਂ ਵਿੱਚ ਆਕਾਸ਼ ਤੋਂ ਲੈ ਕੇ ਪੰਜਾਂ ਤੱਤਾਂ ਵਿੱਚ ਉਹੀ ਵਰਤ ਰਹੀ ਹੈ। ਹਾਂਜੀ। अखिल लोक नाथन के नाथ। हाँ, अखिल लोक नाथन के नाथ। जो सारी सृष्टि है वो नाथां दा नाथ, राजियां दा राजा। तुम हो सब राजन के राजा, राजन के राजा, महाराजन के महाराजा। ऐसो राज छोड़ और दूजा कौन त्याई है। हे महाराज जी, तुसी सारे लोकां दे लोकपाल हो, लोकां दे नाथां राजियां दे भी राजे हो। भुजंग प्रयात छंद नमो सत नामं नमो सत रूपं। हे महाराज जी, ਤੁਹਾਡਾ ਨਾਮ ਸਤ ਹੈ, ਤੁਹਾਡਾ ਰੂਪ ਸਤ ਹੈ। ਤੁਹਾਡਾ ਨਾਮ ਸਤ ਹੈ, ਤੁਹਾਡਾ ਰੂਪ ਸਤ ਹੈ। ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਚਿਦਾਨੰਦ ਏਕੋ ਅਨਾਮੈ ਅਰੂਪੰ। ਜਿੱਥੇ ਤੁਸੀਂ ਸਤ ਹੋ ਉੱਥੇ ਚੇਤਨ ਵੀ ਹੋ। ਸਤ ਉਹ ਹੁੰਦਾ ਜਿਹੜਾ ਪਹਿਲੇ ਵੀ ਹੋਵੇ, ਹੁਣ ਵੀ ਹੋਵੇ, ਅੱਗੇ ਵੀ ਹੋਵੇ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਚੇਤਨ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੋਵੇ, ਦੂਏ ਨੂੰ ਵੀ ਜਾਣਦਾ ਹੋਵੇ। ਚੇਤਨ ਦੀ ਇਹ ਨਿਸ਼ਾਨੀ ਹੈ, ਜੋ ਆਪਣੇ ਆਪ ਨੂੰ ਵੀ ਜਾਣਦਾ, ਦੂਸਰੇ ਨੂੰ ਵੀ ਜਾਣਦਾ। ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ ਔਰ ਦੂਸਰੇ ਨੂੰ ਨਹੀਂ ਜਾਣਦਾ, ਉਹਨੂੰ ਜੜ ਕਹਿੰਦੇ ਹਨ। ਜਿਵੇਂ ਲੱਕੜੀ ਹੈ, ਕਾਰਪੇਟ ਹੈ, ਸਾਰੇ ਬਿਲਡਿੰਗ ਹੈ, ਕੱਪੜੇ ਹਨ, ਇਹ ਮਾਈਕ ਹੈ, ਲੋਹਾ ਹੈ, ਇਹ ਆਪਣੇ ਆਪ ਨੂੰ ਵੀ ਨਹੀਂ ਜਾਣਦਾ, ਸਾਨੂੰ ਵੀ ਨਹੀਂ ਜਾਣਦਾ। ਕਾਰਪੇਟ ਨੂੰ ਨਹੀਂ ਪਤਾ ਮੈਂ ਕਾਰਪੇਟ ਹਾਂ, ਤੇ ਇਹ ਵੀ ਨਹੀਂ ਪਤਾ ਉੱਤੇ ਕੌਣ ਕੌਣ ਬੈਠਾ ਹੈ। ਇਹ ਜੜ ਹੈ। ਪਰ ਸਾਡੇ ਅੰਦਰ ਚੇਤਨਾ ਹੈ। ਉਹ ਚੇਤਨਾ ਕਿਹਦੀ ਹੈ? ਭਗਵਾਨ ਦੀ ਹੈ, ਅਕਾਲ ਪੁਰਖ ਦੀ ਹੈ। ਇਸ ਕਰਕੇ ਚੇਤਨ ਹੋ, ਆਨੰਦ ਸਰੂਪ ਹੋ, ਦੁੱਖ ਤੋਂ ਰਹਿਤ ਹੋ। ਮਹਾਰਾਜ ਜੀ, ਤੁਹਾਨੂੰ ਨਮਸਕਾਰ ਹੈ। ਨਮੋ ਬੀਜ ਬੀਜੰ ਮਹਾਨੇ ਮਹਾਨੰ। हे ਮਹਾਰਾਜ, ਸੂਖਮ ਤੋਂ ਸੂਖਮ, ਬੀਜ ਤੋਂ ਬੀਜ, ਕਾਰਨਾਂ ਦੇ ਵੀ ਕਾਰਨ ਹੋ ਤੁਸੀਂ। ਇੱਕ ਬੱਚਾ ਜੰਮਿਆ, ਉਹਦਾ ਕਾਰਨ ਕੀ ਹੈ? ਉਹਦੇ ਮਾਂ-ਬਾਪ। ਤੇ ਹੁਣ ਮਾਂ-ਬਾਪ ਦਾ ਮਾਂ-ਬਾਪ ਕੌਣ ਹੈ? ਕਹਿੰਦੇ ਉਹਦਾ ਕੋਈ ਮਾਂ-ਬਾਪ ਹੋਵੇਗਾ, ਫਿਰ ਉਹਨਾਂ ਦਾ ਕੌਣ ਹੈ? ਕਹਿੰਦੇ ਸਭ ਦਾ ਮਾਂ-ਬਾਪ ਉਹ ਹੈ। ਕਾਰਨ ਦਾ ਵੀ ਕਾਰਨ ਹੈ। ਅੱਛਾ, ਘੁਮਿਆਰ ਨੇ ਮਿੱਟੀ ਤੋਂ ਘੜਾ ਬਣਾਤਾ, ਮਿੱਟੀ ਕਿਹਨੇ ਬਣਾਈ? ਜਿਹਨੇ ਉਹ ਸਭ ਕੁਝ ਬਣਾਇਆ, ਕਾਰਨ ਦਾ ਵੀ ਕਾਰਨ ਹੈ। ਉਹਨੂੰ ਨਮਸਕਾਰ ਹੈ। ਨਮੋ ਬੀਜ ਬੀਜੰ ਮਹਾਨੰ ਮਹਾਨ। ਵੱਡਿਆ ਤੋਂ ਵੱਡਾ, ਮਹਾਨ ਤੋਂ ਮਹਾਨ ਹੈ, ਸੂਖਮ ਤੋਂ ਸੂਖਮ ਹੈ। ਜਿਹੜਾ ਪਰਮਾਣੂ ਕਹਿੰਦੇ ਆ, ਐਟਮ ਕਹਿੰਦੇ, ਉਸ ਤੋਂ ਵੀ ਬਹੁਤ ਸੂਖਮ ਹੈ। ਸਮਾਨੰ ਸਭੂਤੰ ਭਵਿਖਯੰ ਭਵਾਨੰ। ਮਹਾਰਾਜ, ਭੂਤ ਭਵਿੱਖ ਵਰਤਮਾਨ ਜਿੱਕੋ ਜਿਹੇ ਰਹਿੰਦੇ ਹੋ, ਸਮਾਨ ਰਹਿੰਦੇ ਹੋ। ਇਹ ਨਹੀਂ ਵੀ ਪਹਿਲਾਂ ਹੋਰ ਸੀ, ਹੁਣ ਹੋਰ ਹੈ, ਅੱਗੇ ਹੋਰ ਹੈ। ਨਾ, ਤੁਸੀਂ ਇੱਕੋ ਜਿਹੇ ਰਹਿੰਦੇ ਹੋ। ਬੰਦਾ ਪਹਿਲਾਂ ਜੋ ਬੱਚਾ ਹੁੰਦਾ, ਫਿਰ ਜਵਾਨ ਹੁੰਦਾ, ਫਿਰ ਬੁੱਢਾ ਹੋ ਜਾਂਦਾ। ਹਰ ਚੀਜ਼ ਪਹਿਲਾਂ ਹੋਰ ਹੁੰਦੀ ਹੈ, ਬਾਅਦ ਚ ਹੋਰ ਹੁੰਦੀ ਹੈ, ਅਖੀਰ ਚ ਹੋਰ ਹੋ ਜਾਂਦੀ ਹੈ। ਮਹਾਰਾਜ, ਤੁਸੀਂ ਸਮਾਨ ਹੀ ਰਹਿੰਦੇ, ਇੱਕੋ ਜਿਹੇ ਰਹਿੰਦੇ ਹੋ। ਨਮੋ ਨਾਥ ਪੂਰੇ ਸਦਾ ਸਿੱਧ ਦਾਤਾ। ਇਹ ਮਹਾਰਾਜ, ਤੁਸੀਂ ਪੂਰੇ ਨਾਥ, ਪੂਰੇ ਸੁਆਮੀ ਹੋ, ਸਦਾ ਸਿੱਧੀਆਂ ਦੇ ਦਾਤੇ ਹੋ। ਜਿਹੜਾ ਵੀ ਤੁਹਾਡੀ ਸ਼ਰਨ ਆਉਂਦਾ, ਤੇ ਸਾਰੇ ਕਾਰਜ ਸਿੱਧ ਕਰ ਦਿੰਦੇ ਹੋ। ਮਹਾਦੇਵ ਦੇਵੰ ਵਿਦਾਤਾ ਵਿਦਾਤਾ। ਦੇਵਤਿਆਂ ਦੇ ਦੇਵਤੇ, ਮਹਾਦੇਵ ਹੋ ਕੇ ਮਹਾਦੇਵ ਹੋ। ਮਹਾਰਾਜ, ਵਿਦਾਤੇ ਹੋ ਤੁਸੀਂ। ਜੋਗੀਸੰ ਭੋਗੀਸੰ ਅਧੀਸ਼ੰ ਅਨੀਸ਼ੰ। ਮਹਾਰਾਜ, ਤੁਸੀਂ ਜੋਗੀਆਂ ਵਿੱਚ ਜੋਗੀ ਹੋ। ਜੋਗੀਸੰ, ਭੋਗੀਆਂ ਵਿੱਚ ਭੋਗੀ ਹੋ। ਮਹਾਰਾਜ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਤੇ ਅਧੀਸ਼ੰ, ਰਾਜਿਆਂ ਵਿੱਚ ਰਾਜੇ ਹੋ, ਰਾਜਨ ਕੇ ਰਾਜਾ ਹੋ। ਤੇ ਅਨੀਸ਼ੰ, ਜਿਹੜੇ ਫੌਜਾਂ ਦੇ ਸੈਨਾਪਤੀ ਨੇ, ਉਹਨਾਂ ਚੋਂ ਵੱਡੇ ਸੈਨਾਪਤੀ ਤੁਸੀਂ ਹੋ। ਮਹਾਰਾਜ, ਜਿਹੜੇ ਫੌਜ ਦੇ ਕਮਾਂਡਰ ਹੁੰਦੇ ਨਾ, ਜਰਨਲ ਕਰਨਲ, ਬੜੀ ਵੱਡੀ ਤਾਕਤ ਹੁੰਦੀ ਉਹਨਾਂ ਦੀ, ਫੌਜ ਲੜਾਉਂਦੇ ਨੇ। ਮਹਾਰਾਜ, ਤੁਸੀਂ ਸਭ ਤੋਂ ਵੱਡੇ ਜਰਨਲ ਹੋ, ਤੁਸੀਂ ਫੌਜ ਦੇ ਕਮਾਂਡਰ ਹੋ। ਤੁਹਾਡੇ ਤੋਂ ਵੱਡਾ ਕੋਈ ਕਮਾਂਡਰ ਨਹੀਂ ਹੈ। ਹਾਂਜੀ। ਸਹਸਰਾ ਸੋ ਬਾਹੂ ਸਹਸਰਾ ਸੋ ਸੀਸੰ। ਮਹਾਰਾਜ, ਤੁਹਾਡੀਆਂ ਹਜ਼ਾਰਾਂ ਲੱਖਾਂ ਬਾਹਾਂ ਨੇ, ਲੱਖਾਂ ਬਾਹਾਂ ਨੇ ਤੁਹਾਡੀਆਂ, ਤੇ ਲੱਖਾਂ ਹੀ ਤੁਹਾਡੇ ਸੀਸ ਨੇ। ਸਹਸਰਾਸ਼ ਸ਼੍ਰੋਣੰ ਸਹਸਰਾ ਸੋ ਕ੍ਰਾਣਾ। ਲੱਖਾਂ ਹੀ ਤੁਹਾਡੀਆਂ ਮਹਾਰਾਜ ਅੱਖਾਂ ਨੇ। ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕੋ। ਮਹਾਰਾਜ, ਲੱਖਾਂ ਹੀ ਤੁਹਾਡੀਆਂ ਅੱਖਾਂ ਨੇ, ਤੇ ਲੱਖਾਂ ਹੀ ਮਹਾਰਾਜ ਤੁਹਾਡੇ ਕੰਨ ਨੇ, ਤੇ ਲੱਖਾਂ ਹੀ ਕਰੋੜਾਂ ਹੀ ਅਰਬਾਂ ਖਰਬਾਂ ਤੁਹਾਡੀਆਂ ਨੱਕਾਂ ਨੇ। ਮਹਾਰਾਜ,
ਤੁਸੀਂ ਲੱਖਾਂ ਕਰੋੜਾਂ ਅਰਬਾਂ ਅੱਖਾਂ ਨਾਲ ਵੇਖਦੇ ਹੋ, ਤੁਸੀਂ ਲੱਖਾਂ ਅਰਬਾਂ ਖਰਬਾਂ ਕੰਨਾਂ ਨਾਲ ਸੁਣਦੇ ਹੋ, ਤੁਸੀਂ ਅਰਬਾਂ ਖਰਬਾਂ ਨਾਸਕਾਂ ਨਾਲ ਸੁੰਘਦੇ ਹੋ, ਪਰ ਤੁਹਾਡੀ ਇੱਕ ਵੀ ਅੱਖ ਨਹੀਂ, ਤੁਹਾਡਾ ਇੱਕ ਵੀ ਕੰਨ ਨਹੀਂ, ਤੁਹਾਡੀ ਇੱਕ ਵੀ ਨੱਕ ਨਹੀਂ। ਕੈਸਾ ਵਿਚਿੱਤਰ ਸਰੂਪ ਹੈ ਮਹਾਰਾਜ ਤੁਹਾਡਾ। ਸਹਸਰਾਨ ਨੰਗੈ ਸਹਸਰੈ ਸੋ ਪ੍ਰਾਣਾ। ਇਹ ਮਹਾਰਾਜ ਜੀ ਹਜ਼ਾਰਾਂ ਹੀ ਕਿੱਥੇ ਸਹਸਰ ਆਨਨ, ਹਜ਼ਾਰਾਂ ਤੁਹਾਡੇ ਮੁਖ ਹਨ ਤੇ ਹਜ਼ਾਰਾਂ ਹੀ ਮਹਾਰਾਜ ਤੁਹਾਡੇ ਪ੍ਰਾਣ ਚੱਲ ਰਹੇ ਹਨ। ਨਮੋ ਤੀਨ ਰੂਪਾ ਨਮੋ ਤੀਨ ਹੀਨਾ। ਇਹ ਮਹਾਰਾਜ ਰਜੋ ਗੁਣ, ਤਮੋ ਗੁਣ, ਸਤੋ ਗੁਣ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਜਾਗਰਤ ਸੁਪਨ ਸੁਖੋਪਤੀ, ਤਿੰਨੇ ਅਵਸਥਾ, ਤਿੰਨੇ ਗੁਣ, ਤਿੰਨੇ ਦੇਵਤੇ ਤੁਸੀਂ ਆਪ ਬਣੇ ਹੋਏ ਹੋ। ਤੇ ਤਿੰਨਾਂ ਤੋਂ ਪਰੇ ਚੌਥੀ ਅਵਸਥਾ ਦੀ ਤੁਹਾਡੀ ਆ ਤੁਰਿਆ, ਜਿੱਥੇ ਕੁਛ ਵੀ ਨਹੀਂ ਹੈ। ਨਮੋ ਪੰਚ ਮੂਲੰ ਨਮੋ ਪੰਚ ਕੀਨਾ। ਇਹ ਮਹਾਰਾਜ ਪੰਜਾਂ ਤੱਤਾਂ ਦੇ ਮੂਲ ਤੁਸੀਂ ਹੋ ਤੇ ਪੰਜ ਤਨ ਮਾਤਰਾ ਦੇ ਦੁਆਰਾ ਪੰਜਾਂ ਤੱਤਾਂ ਦਾ ਗਿਆਨ ਵੀ ਤੁਸੀਂ ਪ੍ਰਾਪਤ ਕਰ ਰਹੇ ਹੋ, ਤੇ ਉਹਨੂੰ ਪ੍ਰਗਟ ਵੀ ਤੁਸੀਂ ਕਰ ਰਹੇ ਹੋ। ਅਰੂਪੰ ਅਨੰਗੇ ਅਪੰਗੇ ਅਨਾਸਾ। ਮਹਾਰਾਜ ਰੂਪ ਤੋਂ ਰਹਿਤ ਹੋ, ਅੰਗ ਤੋਂ ਰਹਿਤ ਹੋ, ਅਭੰਗ ਭਾਵ ਨਾਸ ਨਹੀਂ ਹੁੰਦੇ, ਤੇ ਤੁਹਾਡਾ ਐਸਾ ਸਰੂਪ ਅਖੰਡ ਸਰੂਪ ਹੈ। ਸਮਸਤੰ ਉਪਾਵੈ ਸਮਸਤੰ ਪ੍ਰਕਾਸ਼ੈ। ਸਭ ਨੂੰ ਪੈਦਾ ਕਰਦੇ ਹੋ, ਸਾਰਿਆਂ ਨੂੰ ਪ੍ਰਕਾਸ਼ਿਤ ਕਰਦੇ ਹੋ। ਕੀੜੀ ਨੂੰ ਵੀ ਤੁਸੀਂ ਪੈਦਾ ਕੀਤਾ, ਹਾਥੀ ਨੂੰ ਵੀ, ਤੁਹਾਨੂੰ ਦੁਨੀਆ ਵਿੱਚ ਵਿਖਾਇਆ ਵੀ ਤੁਸੀਂ ਆ, ਦੇਖ ਵੀ ਰਹੇ ਹੋ। ਤਸਵੀਰ ਵੀ ਆਪ ਬਣਾਈ ਹੈ, ਤਸਵੀਰ ਵੀ ਆਪ ਬਣੇ ਹੋ, ਤੇ ਤਸਵੀਰ ਨੂੰ ਦੇਖਣ ਵਾਲੇ ਵੀ ਆਪ ਹੀ ਹੋ। ਸਮਸਤੰ ਸੰਘਾਰੈ ਸਮਸਤੰ ਅਲੰਬੋ। ਮਹਾਰਾਜ ਸਾਰਿਆਂ ਨੂੰ ਤੁਸੀਂ ਮਾਰਨ ਵਾਲੇ ਵੀ ਹੋ, ਸੰਘਾਰਨ ਵਾਲੇ ਵੀ, ਸਾਰੇ ਤੁਹਾਡੇ ਵਿੱਚ ਹੀ ਲੀਨ ਹੁੰਦੇ ਨੇ, ਤੇ ਸਾਰਿਆਂ ਦੇ ਮਹਾਰਾਜ ਤੁਸੀਂ ਪਾਲਣ ਵਾਲੇ ਵੀ ਹੋ। ਨਮੋ ਸ਼ੇਖ ਸਾਈ ਥਿਰੋ ਜਾਤ ਅੰਬੋ। ਇਹ ਮਹਾਰਾਜ ਜੀ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਵਿਸ਼ਨੂੰ ਰੂਪ ਹੋ ਕੇ ਤੁਸੀਂ ਸੁੱਤੇ ਹੋਏ ਹੋ, ਤੇ ਜਲ ਦੇ ਵਿੱਚ ਟਿਕੇ ਹੋਏ ਹੋ, ਜਲ ਵਿੱਚ ਤੁਹਾਡਾ ਨਿਵਾਸ ਹੈ। ਨਮੋ ਦਾੜ ਗਾੜੰ ਕਿਰਾਲੈ ਵਿਸਾਲੰ। ਫਿਰ ਮਹਾਰਾਜ ਜਦੋਂ ਸੰਸਾਰ ਦੇ ਵਿੱਚ 24 ਅਵਤਾਰ ਧਾਰਨ ਕੀਤੇ ਨੇ, ਬੜਾ ਅਵਤਾਰ ਧਾਰਨ ਕਰਕੇ ਆਪਣੀਆਂ ਹੁੱਡਾਂ ਦੇ ਉੱਤੇ, ਆ ਦਾੜਾਂ ਦੇ ਉੱਤੇ ਧਰਤੀ ਨੂੰ ਚੁੱਕ ਕੇ ਪਾਣੀ ਤੋਂ ਉੱਪਰ ਕਰਨ ਵਾਲੇ ਵੀ ਤੁਸੀਂ ਹੋ। ਨਮੋ ਖੜਗ ਕੇਤੰ ਮਹਾਕਾਲ ਕਾਲੰ। ਇਹ ਖੜਗ ਕੇਤ ਪ੍ਰਭੂ ਜੀ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਲਿਹੋ ਬਾਰੀ, ਤੁਸੀਂ ਕਾਲ ਦੇ ਵੀ ਕਾਲ ਹੋ। ਨਮੋ ਚਾਰ ਚਾਰੂ ਸਰੂਪੰ ਬਿਰਾਜੈ। ਮਹਾਰਾਜ ਨਮਸਕਾਰ ਤੁਹਾਨੂੰ, ਤੁਸੀਂ ਸੋਹਣਿਆਂ ਤੋਂ ਸੋਹਣੇ ਹੋ। ਜਿੰਨੀ ਦੁਨੀਆ ਦੀ ਸੁੰਦਰਤਾ, ਸਾਰੀ ਦੁਨੀਆ ਦਾ ਹੁਸਨ, ਸਾਰੀ ਦੁਨੀਆ ਦੀ ਜਵਾਨੀ ਮਹਾਰਾਜ ਤੁਹਾਡੇ ਚਰਨਾਂ ਦੇ ਨਹੁੰ ਦੇ ਬਰਾਬਰ ਵੀ ਨਹੀਂ ਹੈ। ਐਨੇ ਸੋਹਣੇ ਹੋ ਤੁਸੀਂ, ਤੁਸੀਂ ਸਾਰਿਆਂ ਤੋਂ ਸੋਹਣੇ ਹੋ ਮਹਾਰਾਜ ਜੀ। ਸਦਾ ਜੈ ਸਦਾ ਜੈ ਸਦਾ ਜੈ ਸਦਾ ਜੈ। ਸਦਾ ਜੈ ਸਦਾ ਜੈ ਸਦਾ ਜੈ ਸਦਾ ਜੈ। ਤੁਹਾਡੀ ਸਦਾ ਹੀ ਜਿੱਤ ਹੀ ਹੈ, ਹਰ ਮੈਦਾਨ ਤੁਹਾਡੀ ਫਤਿਹ। ਇਸ ਕਰਕੇ ਬਾਣੀ ਚਾਹੁੰਦਾ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਤੁਹਾਡੀ ਹਰ ਮੈਦਾਨ ਫਤਿਹ ਹੈ, ਜਿੱਤ ਹੈ। ਨਮੋ ਯੁੱਧ ਯੁੱਧੰ ਨਮੋ ਸ਼ਾਂਤ ਸ਼ਾਂਤੰ। ਇਹ ਮਹਾਰਾਜ ਜੁੱਧ ਰੂਪ ਵਿੱਚ ਤੁਸੀਂ ਆਪ ਹੋ। ਨਮੋ ਜੁੱਧ ਜੁੱਧੇ। ਮਹਾਰਾਜ ਤੁਹਾਨੂੰ ਨਮਸਕਾਰ ਹੈ। ਜੁੱਧ ਵਿੱਚ, ਲੜਾਈ ਵਿੱਚ ਵੀ ਆਪ ਲੜਾਈ ਵੀ ਬਣਦੇ ਹੋ, ਲੜਾਈ ਕਰਦੇ ਵੀ ਆਪ ਹੋ। ਨਮੋ ਸ਼ਾਂਤ ਸ਼ਾਂਤੰ। ਸ਼ਾਂਤੀ ਰੂਪ ਵੀ ਤੁਹਾਡਾ ਹੀ ਹੈ, ਸ਼ਾਂਤੀ ਵੀ ਆਪ ਬਣੇ ਹੋ, ਤੇ ਕਲਾ ਕਲੇਸ਼ ਜੰਗ ਜੁੱਧ ਵੀ ਤੁਸੀਂ ਆਪ ਬਣੇ ਹੋ। ਨਮੋ ਅੰਧਕਾਰੰ ਨਮੋ ਜੋਤ ਜੋਤੰ। ਮਹਾਰਾਜ ਹਨੇਰਾ ਵੀ ਤੁਸੀਂ ਆਪ ਹੋ, ਤੇ ਪ੍ਰਕਾਸ਼ ਵੀ, ਜੋਤ ਸਰੂਪ ਵੀ ਤੁਸੀਂ ਆਪ ਹੋ। ਸਮਸਤੰ ਬਿਖਾਨੀਤ ਤੋ ਮੈਂ ਸਮਸਤੰ। ਇਹ ਮਹਾਰਾਜ ਸਾਰਾ ਕੁਝ ਤੁਹਾਡੇ ਵਿੱਚ ਹੈ, ਸਾਰਿਆਂ ਵਿੱਚ ਤੁਸੀਂ ਹੋ। ਸਾਰੇ ਤੁਹਾਡੇ ਵਿੱਚ ਹਨ, ਸਾਰਿਆਂ ਵਿੱਚ ਤੁਸੀਂ ਬਿਰਾਜਮਾਨ ਹੋ। ਨਮਸਤੰ 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 ਨਮਸਤੰ। ਨਮਸਕਾਰ ਹੈ ਮਹਾਰਾਜ ਤੁਹਾਨੂੰ, ਨਮਸਕਾਰ ਹੈ ਮਹਾਰਾਜ, ਨਮਸਕਾਰ ਹੈ ਤੁਹਾਨੂੰ ਕਿ ਤੁਸੀਂ ਤਿੰਨਾਂ ਅਵਸਥਾ ਵਿੱਚ ਵੀ ਹੋ, ਜਾਗਰਤ ਸੁਪਨ ਸੁਖੋਪਤੀ ਵਿੱਚ ਵੀ ਹੋ, ਤੇ ਮਹਾਰਾਜ ਉਸ ਤੋਂ ਪਰੇ ਤੁਸੀਂ ਤੁਰਿਆ ਅਵਸਥਾ ਵਿੱਚ ਵੀ ਬਿਰਾਜਮਾਨ ਹੋ। ਆਪ ਜੀ ਨੂੰ ਮਹਾਰਾਜ ਸਾਰਿਆਂ ਰੂਪਾਂ ਵਿੱਚ ਤੁਸੀਂ ਹੋ, ਇਸ ਕਰਕੇ ਨਮਸਕਾਰ ਹੈ। ਸਦਾ ਮੰਡਲਾਕਾਰ ਜੋਤੀ ਅਖੰਡੰ। हे ਮਹਾਰਾਜ ਸਦਾ ਹੀ ਮੰਡਲਾਕਾਰ, ਭਾਵ ਤੁਸੀਂ ਇਸ ਤਰ੍ਹਾਂ, ਤੁਹਾਡਾ ਆਦ ਵੀ ਕੋਈ ਲੱਭ ਨਹੀਂ ਸਕਦਾ। ਜਿਵੇਂ ਗੋਲ ਚੀਜ਼ ਹੋਵੇ ਨਾ, ਕੋਈ ਕਿੱਥੋਂ ਸ਼ੁਰੂ ਕਰੋਗੇ ਕਿੱਥੇ ਖਤਮ ਹੋਏਗੀ, ਉਹਦਾ ਗੋਲ ਹੈ। ਕਹਿੰਦੇ ਦੁਨੀਆ ਗੋਲ ਹੈ, ਇਹ ਗੋਲ ਕਾਲ ਪੁਰਖ ਹੀ ਹੈ ਨਾ। ਕਹਿੰਦੇ ਮੰਡਲਾਕਾਰ ਹੈ, ਕੋਈ ਇਹਦਾ ਆਦ ਅੰਤ ਲੱਭ ਨਹੀਂ ਸਕਦਾ। ਅਨਾਦੰ ਅਨੰਤੰ ਅਦੰਡੰ ਪ੍ਰਚੰਡੰ। ਅਨਾਦੀ ਹੋ ਤੇ ਅਨੰਤ ਹੋ
ਪ੍ਰਚੰਡ ਰੂਪ ਹੋ ਮਹਾਰਾਜ, ਤੁਹਾਡਾ ਬੇਅੰਤ ਸ਼ਕਤੀ ਵਾਲਾ ਸਰੂਪ ਹੈ। ਸਤਨ ਲੋਕ ਸੀਸਨ ਪਗੰ ਹੈ ਪਤਾਲੰ। ਮਹਾਰਾਜ ਸੱਤ ਲੋਕ ਤੁਹਾਡਾ ਸੀਸ ਨੇ, ਆਕਾਸ਼ ਤੁਹਾਡਾ ਸੀਸ ਹੈ ਤੇ ਪਤਾਲ ਤੁਹਾਡੇ ਪੈਰ ਹਨ। ਸਸੀ ਸੂਰ ਨੇਤਰੰ ਮੁਖੰ ਜਵਾਲ ਜਵਾਲੰ। ਆ ਮਹਾਰਾਜ ਚੰਦ ਸੂਰਜ ਤੁਹਾਡੀਆਂ ਅੱਖਾਂ ਨੇ, ਚੰਦ ਸੂਰਜ ਤੁਹਾਡੀਆਂ ਅੱਖਾਂ ਨੇ। ਤੇ ਮਹਾਰਾਜ ਜੀ ਅੱਗੇ ਕੀ ਹੈ? ਮੁਖੰ ਜਵਾਲ ਜਵਾਲੰ। ਅਗਨੀ ਤੁਹਾਡਾ ਮੂੰਹ ਹੈ, ਮੂੰਹ 'ਚ ਪਾ ਕੇ ਖਾਂਦਾ ਹੈ ਨਾ। ਅਕਾਲ ਪੁਰਖ ਕਿਵੇਂ ਖਾਂਦਾ? ਅੱਗ ਦੇ ਵਿੱਚ ਜੋ ਪਾਓ ਖਾ ਜਾਂਦਾ। ਅਗਨੀ ਤੁਹਾਡਾ ਮੁਖ ਹੈ ਮਹਾਰਾਜ ਜੀ। ਕਿਰਪਾਲੰ ਅਕਾਲੰ ਦੁਕਾਲੰ ਪਰਨਾਸੀ। हे ਮਹਾਰਾਜ ਤੁਸੀਂ ਕਿਰਪਾਲੂ ਹੋ। ਕਿਰਪਾਲੰ ਅਕਾਲੰ, ਕਾਲ ਤੋਂ ਰਹਿਤ ਹੈ। ਦੋ ਕਾਲ ਕਿਹੜੇ ਹੁੰਦੇ ਨੇ? ਜੰਮਣ ਦਾ ਤੇ ਮਰਨ ਦਾ। ਉਸ ਵੇਲੇ ਬੜੀ ਪੀੜ ਹੁੰਦੀ ਹੈ, ਜਨਮ ਵੇਲੇ ਪੀੜ ਹੁੰਦੀ ਹੈ, ਫਿਰ ਮਰਨ ਵੇਲੇ ਪੀੜ ਹੁੰਦੀ ਹੈ। ਜਨਮ ਵੇਲੇ ਪੀੜ ਹੁੰਦੀ, ਬੱਚਾ ਰੋਂਦਾ। ਮਰਨ ਵੇਲੇ ਕਹਿੰਦੇ 60,000 ਪਿੱਛੂ ਦੇ ਡੰਗ ਦੀ ਨਹੀਂ ਪੀੜ ਹੁੰਦੀ। ਦੁਕਾਲੰ ਪਰਨਾਸੀ, ਨਾ ਦੋਵਾਂ ਸਮਿਆਂ ਨੂੰ ਖਤਮ ਕਰ ਦਿੰਦੇ ਹੋ ਤੁਸੀਂ। ਜਿਹੜਾ ਤੁਹਾਡੇ ਚਿੰਤਨ 'ਚ ਹੋਵੇ ਉਹਨੂੰ ਨਾ ਜਨਮ ਦੀ ਪੀੜ ਹੁੰਦੀ ਹੈ, ਨਾ ਮਰਨ ਦੀ ਪੀੜ ਹੁੰਦੀ ਹੈ। ਸਦਾ ਜੈ ਨਮੋ ਜੋਤ ਰਾਸੀ। ਸਦਾ ਜੈ ਹੋਵੇ ਮਹਾਰਾਜ ਤੁਹਾਡੀ, ਸਦਾ ਜੈ ਹੋਵੇ, ਹਰ ਮੈਦਾਨ ਫਤਿਹ ਹੋਵੇ ਮਹਾਰਾਜ। ਜੋਤ ਸਰੂਪ ਹੋ ਤੁਸੀਂ। ਚਿਦਾਨੰਦ ਸੰਗੀ ਸਦਾ ਸੰਗ ਸੋਹੈ। ਚੇਤਨ ਆਨੰਦ ਸਰੂਪ, ਸਤ ਚੇਤਨ ਆਨੰਦ ਸਰੂਪ, ਸਦਾ ਹੀ ਅੰਗ ਸੰਗ, ਸਦਾ ਅੰਗ ਸੰਗੇ ਭੰਗਨ, ਸਦਾ ਆਪਣੇ ਸੇਵਕਾਂ ਦੇ ਨਾਲ ਸੋਭਦੇ ਹੋ। ਨਮੋ ਹੈ ਨਮੋ ਹੈ ਨਮੋ ਹੈ ਨਮੋ ਹੈ। ਨਮਸਕਾਰ ਹੈ ਮਹਾਰਾਜ ਤੁਹਾਨੂੰ, ਨਮਸਕਾਰ ਹੈ ਤੁਹਾਨੂੰ ਮਹਾਰਾਜ, ਨਮਸਕਾਰ ਹੈ, ਬਾਰ ਬਾਰ ਨਮਸਕਾਰ ਹੈ। ਦੋਹਰਾ ਬਾਰ ਬਾਰ ਕਰ ਕੈ ਨਮੋ। 4 ਵਾਰੀ ਨਮਸਕਾਰ ਕਰਨ ਦਾ ਕਹਿੰਦੇ 4 ਅੰਤःਕਰਨ ਹੁੰਦੇ। ਮਨ ਕਰਕੇ ਨਮਸਕਾਰ ਹੈ, ਬੁੱਧੀ ਕਰਕੇ ਨਮਸਕਾਰ ਹੈ, ਚੇਤਨ ਕਰਕੇ ਨਮਸਕਾਰ ਹੈ, ਤੇ ਅਹੰ ਭਾਵ ਕਰਕੇ ਵੀ ਮੈਂ ਤੁਹਾਨੂੰ ਨਮਸਕਾਰ ਕਰਦਾ। ਇਹ ਤੁਹਾਡਾ ਹੀ ਰੂਪ ਹਨ ਅੰਤःਕਰਨ ਦੀਆਂ ਚਾਰੇ ਬਿਰਤੀਆਂ। ਪਦ ਪੰਕਜ ਸਿਰ ਰਾਖ। ਮਹਾਰਾਜ ਤੁਹਾਡੇ ਚਰਨਾਂ ਦੇ ਸੀਸ ਰੱਖਦਾ ਹਾਂ। ਕਹਿਓ ਮੋਹਿ ਆਗਿਆ ਦਜੈ। ਇਹ ਪਿਤਾ ਜੀ ਮੈਨੂੰ ਹੁਣ ਆਗਿਆ ਦਿਓ। ਜਿਮਰਾਵਰ ਅਬਲਾਕ। ਜੋ ਮੈਨੂੰ ਬੁਲਾਇਆ ਕਾਹਦੇ ਵਾਸਤੇ ਬੁਲਾਇਆ ਹੈ? ਤਾਂ ਉਸ ਵੇਲੇ ਅਕਾਲ ਪੁਰਖ ਜੀ ਕੀ ਕਹਿਣਗੇ? ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾਣਾ, ਤੂੰ ਮੇਰਾ ਪੁੱਤਰ ਹੈ ਤੇ ਸਾਰੀਆਂ ਪਾਵਰਾਂ ਮੈਂ ਤੈਨੂੰ ਦਿੰਦਾ। ਤੇ ਕਾਹਦੇ ਵਾਸਤੇ ਸਾਜਦਾ? ਪੰਥ ਪਰਚਰ ਕਰਵੇ ਕੋ ਸਾਜਾ, ਪੰਥ ਚਲਾਉਣ ਲਈ। ਜਾਓ ਹੁਣ ਪੰਥ ਚਲਾਓ। ਉਹ ਜਿਹੜੇ ਬਚਨ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਜੀ ਕਰਨਗੇ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪੁਰਾਣ